ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਮੁਕਤ ਭੁਗਤ ਜੁਗਤ ਦੇ ਦਾਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਦੀਨ ਦਿਆਲ ਕਿਰਪਾਲ, ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਆਪ ਜੀ ਨੇ ਸਰਵਣ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਸੱਜ ਕੇ ਵਿਚਰ ਕੇ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ। ਭਾਈ ਮੰਝ ਜੀ ਅਤੇ ਭਾਈ ਪਿਰਾਣਾ ਜੀ ਮਹਾਰਾਜ ਜੀ ਦੇ ਹਜ਼ੂਰ ਜਦੋਂ ਆਏ, ਕਿਵੇਂ ਉਹਨਾਂ ਨੇ ਆਪਣੇ ਘਰਾਂ ਵਿੱਚੋਂ ਪੀਰਖਾਨੇ ਜਿਹੜੇ ਉਟਾਏ, ਢਾਹ ਕੇ ਕਿਵੇਂ ਗੁਰੂ ਜੀ ਦੇ ਚਰਨੀ ਲੱਗੇ, ਇਹ ਕਥਾ ਸੰਗਤ ਦੀ ਆਪ ਜੀ ਨੇ ਸਰਵਣ ਕੀਤੀ। ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਹਮਜਾ ਜੀ ਅਤੇ ਜੱਜਾ ਜੀ ਦੋ ਸਕੇ ਭਰਾ ਨੇ ਜੀ। ਇਹ ਆ ਕੇ ਕਹਿਣ ਲੱਗੇ, ਮਹਾਰਾਜ ਵੇਦਾਂ ਵਿੱਚ ਕਾਂਸ਼ੀ ਦਾ, ਹਰਿਦੁਆਰ ਦਾ ਬੜਾ ਮਹਾਤਮ ਦੱਸਿਆ ਗਿਆ ਹੈ। ਕਾਂਸ਼ੀ ਦੇ ਵਿੱਚ ਮਹਾਰਾਜ ਜਿਹੜਾ ਮਰੇਗਾ ਉਹ ਸ਼ਿਵਜੀ ਮਹਾਰਾਜ ਕੋਲ ਚਲੇ ਜਾਂਦਾ ਹੈ। ਸੱਚੇ ਪਾਤਸ਼ਾਹ
ਮਹਾਰਾਜ ਅੰਮ੍ਰਿਤਸਰ ਦਾ ਕੀ ਮਹਾਤਮ ਹੈ। ਸਤਿਗੁਰੂ ਜੀ ਨੇ ਅੰਮ੍ਰਿਤਸਰ ਦੀ ਬੜੀ ਵੱਡੀ ਬਰਾਬਰਤਾ ਹੀ, ਵਾਹਿਗੁਰੂ ਬੜੀ ਵੱਡੀ ਮਹਾਨਤਾ ਦੱਸੀ। ਦਰਬਾਰ ਸਾਹਿਬ ਸਰੋਵਰ ਦੀ ਬੜੀ ਵੱਡੀ ਮਹਾਨਤਾ ਦੱਸੀ। ਉਥੋਂ ਦੀ ਪਰਿਕਰਮਾ ਦੀ ਬੜੀ ਵੱਡੀ ਮਹਾਨਤਾ ਦੱਸੀ। ਮਹਾਰਾਜ ਕਹਿਣ ਲੱਗੇ ਇਸ ਸੰਸਾਰ ਦੇ ਕੀ ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਨੇ ਉਹ ਹਰਿਮੰਦਰ ਸਾਹਿਬ ਆ ਕੇ ਝੁਕਦੇ ਹੈ, ਜਿਹਦੇ ਵਿੱਚ ਕਾਂਸ਼ੀ ਵੀ ਆ ਜਾਂਦਾ ਹੈ। ਕੋਈ ਸ਼ਿਵਾਂ ਦੀ ਪੁਰੀ ਹੈ, ਕੋਈ ਬ੍ਰਹਮਾ ਦੀ ਪੁਰੀ ਹੈ, ਅੰਮ੍ਰਿਤਸਰ ਰੱਬ ਦੀ ਪੁਰੀ ਹੈ। ਕਹਿਣ ਲੱਗੇ ਇੱਥੇ ਸਾਰੇ ਹੀ ਝੁਕ ਜਾਂਦੇ ਆ। ਰੱਬ ਦੇ ਕੋਲ ਸਾਰੇ ਦੇਵਤੇ ਆਉਂਦੇ ਆ ਤੇ ਰੱਬ ਦੇ ਕੋਲ ਹੀ ਸਾਰੇ ਫਲ ਨੇ। ਅੰਮ੍ਰਿਤਸਰ ਵਿੱਚ ਸਾਰੇ ਹੀ ਫਲ ਨੇ। ਮਹਾਰਾਜ ਕਹਿਣ ਲੱਗੇ ਸੋ ਅੰਮ੍ਰਿਤਸਰ ਦੀ ਮਹਾਨਤਾ ਕੱਲ੍ਹ ਦੇ ਪ੍ਰਸੰਗ ਵਿੱਚ ਤੁਸੀਂ ਸੁਣੀ ਸੀ। ਫਿਰ ਮੈਂ ਬੇਨਤੀ ਕਰਾਂ, ਅੰਮ੍ਰਿਤਸਰ ਸ਼ਹਿਰ ਦੀ ਗੱਲ ਨਹੀਂ ਹੈ, ਅੰਮ੍ਰਿਤਸਰ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਗੱਲ ਹੈ ਜੀ। ਕਿੰਨੀ ਮਹਾਨਤਾ ਗੁਰੂ ਅਰਜਨ ਦੇਵ ਜੀ ਨੇ ਕਹੀ, ਉਹ ਤੁਸਾਂ ਸਰਵਣ ਕੀਤੀ। ਮਹਾਰਾਜ ਨੇ ਆਖਿਆ ਅੰਮ੍ਰਿਤਸਰ ਦੇ ਬਰਾਬਰ ਹੋਰ ਕੋਈ ਤੀਰਥ ਹੈ ਹੀ ਨਹੀਂ। ਹੋਵੇ ਤੇ ਆਖੀਏ। ਮਹਾਰਾਜ ਕਹਿਣ ਲੱਗੇ ਜਦੋਂ ਅੰਮ੍ਰਿਤਸਰ ਦੇ ਬਰਾਬਰ ਹੋਰ ਕੋਈ ਤੀਰਥ ਹੈ ਹੀ ਨਹੀਂ ਹੈ ਤੇ ਦੂਜਾ ਕੋਈ ਤੀਰਥ ਦਰਬਾਰ ਸਾਹਿਬ ਦੀ ਬਰਾਬਰਤਾ ਕਿਵੇਂ ਕਰੇਗਾ? ਅੰਮ੍ਰਿਤ ਸਰੋਵਰ ਦੀ ਬਰਾਬਰਤਾ ਕਿਵੇਂ ਕਰੇਗਾ? ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਮਹਾਰਾਜ ਕਹਿੰਦੇ ਜਦੋਂ ਤੁਸੀਂ ਪੈਰ ਰੱਖਦੇ, ਚਰਨ ਰੱਖਦੇ ਹੋ, ਤੁਹਾਡੇ ਇੱਕ ਕਦਮ ਤੇ 100 ਤੀਰਥ ਹੁੰਦੇ ਨੇ। ਮਹਾਰਾਜ ਕਹਿਣ ਲੱਗੇ ਹਾਂਜੀ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਤੀਰਥ ਹਰਿਮੰਦਰ ਸਾਹਿਬ ਸਰੋਵਰ ਦੀ ਪਰਿਕਰਮਾ ਦੇ ਵਿੱਚ ਹੈ। ਸਤਿਗੁਰੂ ਜੀ ਦੀਆਂ ਇਹਨਾਂ ਗੱਲਾਂ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੁਣ ਆਪਾਂ ਅੱਜ ਦੀ ਕਥਾ ਸਰਵਣ ਕਰੀਏ। ਆਓ ਮਨ ਜਿਹੜਾ ਉਹ ਗੁਰੂ ਜੀ ਦੇ ਪਿਆਰ ਵਿੱਚ ਸਾਡਾ ਰੰਗਿਆ ਜਾਵੇ। ਸਾਰੀਆਂ ਸੰਗਤਾਂ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਲਾ ਸਿੱਖ ਮਹਿਰਾ ਔਰ। ਇਹ ਦੋ ਸਿੱਖ ਨੇ ਜੀ। ਇੱਕ ਦਾ ਨਾਮ ਹੈ ਭਾਈ ਕਾਲਾ। ਆਮ ਹੀ ਕਾਲਾ ਨਾਮ ਚੱਲਦਾ ਸਾਡੇ ਸਮਾਜ 'ਚ। ਹਾਂਜੀ, ਭਾਈ ਕਾਲਾ ਤੇ ਭਾਈ ਮਹਿਰਾ। ਹਾਂਜੀ, ਸਣੇ ਨਿਹਾਲੂ ਰਹਿ ਗਿਰ ਠੌਰ। ਤੇ ਭਾਈ ਨਿਹਾਲੂ। ਇਹ ਤਿੰਨ ਸਿੱਖ ਪਹਾੜੀ ਇਲਾਕੇ ਵਿੱਚ ਰਹਿੰਦੇ ਆ ਜੀ। ਹਾਂਜੀ, ਭਾਈ ਕਾਲਾ ਜੀ, ਭਾਈ ਮਹਿਰਾ ਜੀ ਤੇ ਭਾਈ ਨਿਹਾਲੂ ਜੀ ਪਹਾੜੀ ਇਲਾਕੇ ਵਿੱਚ ਰਹਿੰਦੇ ਹਨ। ਹਾਂਜੀ, ਸੋ ਬੰਧਨ ਕਰ ਬੈਠੇ ਪਾਸ। ਪਹਾੜੀ ਇਲਾਕੇ ਵਿੱਚੋਂ ਇਹ ਤਿੰਨੋਂ ਸਿੱਖ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਅੰਮ੍ਰਿਤਸਰ ਆਏ ਜੀ। ਜਦੋਂ ਆਏ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਜੀ। ਹਾਂਜੀ, ਸੁਨ ਪ੍ਰਸੰਗ ਕੋ ਬਾਗ ਪ੍ਰਕਾਸ਼। ਤੇ ਕਥਾ ਵਾਰਤਾ ਚੱਲ ਰਹੀ ਸੀਗੀ ਜੀ ਮਹਾਰਾਜ ਦੀ ਹਾਜ਼ਰੀ 'ਚ। ਕਥਾ ਵਾਰਤਾ ਸੁਣੀ ਜੀ ਇਹਨਾਂ ਨੇ। ਸੁਣ ਕੇ ਜਦੋਂ ਸਾਰੀਆਂ ਸੰਗਤਾਂ ਬਹੁਤੀਆਂ ਚਲੇ ਗਈਆਂ, ਇਹ ਬੈਠੇ ਰਹੇ ਜੀ ਤਿੰਨੋਂ। ਬੜੀ ਨਿਮਰਤਾ ਦੇ ਵਿੱਚ ਗੁਰੂ ਜੀ ਨੂੰ ਫਿਰ ਇਹਨਾਂ ਨੇ ਬੇਨਤੀ ਕੀਤੀ ਜੀ। ਹਾਂਜੀ, ਕਹੋ ਪ੍ਰਭੂ ਕਰ ਸੰਸੇ ਹਾਨੀ। ਹੇ ਸੱਚੇ ਪਾਤਸ਼ਾਹ, ਕਥਾ ਸੁਣਦਿਆਂ ਸਾਨੂੰ ਇੱਕ ਗੱਲ ਸਮਝ ਨਹੀਂ ਆਈ ਜੀ। ਹਾਂਜੀ, ਇੱਕ ਗੱਲ ਸਮਝ ਨਹੀਂ ਆਈ। ਮਹਾਰਾਜ ਕਿਰਪਾ ਕਰਕੇ ਉਹ ਦੂਰ ਕਰ ਦਿਓ ਗੱਲ। ਹਾਂਜੀ, ਬਸਹੇ ਤਾਮਸੀ ਇਹਾਂ ਜੇ ਪ੍ਰਾਨੀ। ਮਹਾਰਾਜ ਤਾਮਸੀ ਬੰਦਿਆਂ ਦੀ ਗੱਲ ਚੱਲ ਰਹੀ ਸੀ। ਤਾਮਸੀ ਬੰਦੇ ਈਰਖਾਲੂ, ਝਗੜਾਲੂ, ਨਿੰਦਕ, ਚੁਗਲ। ਹਾਂਜੀ, ਚਟਪਟਾ ਖਾਣ ਵਾਲੇ, ਮਿਰਚ ਮਸਾਲੇ ਖਾਣ ਵਾਲੇ, ਬਹੁਤਾ ਸੌਣ ਵਾਲੇ, ਉਹਨਾਂ ਨੂੰ ਤਾਮਸੀ ਕਹਿੰਦੇ ਆ। ਮਹਾਰਾਜ ਜਿਹੜੇ ਤਾਮਸੀ ਬੰਦੇ ਨੇ, ਹਾਂਜੀ, ਕਰਹਿ ਪਾਪ ਨਹਿ ਅਦਪ ਰਖੰਤੇ। ਗੁਰੂ ਅਰਜਨ ਦੇਵ ਜੀ ਕਹਿੰਦੇ ਕਈ ਕੋਟ ਰਾਜਸ ਤਾਮਸ ਸਾਕਤ। ਕਰੋੜਾਂ ਲੋਕ ਰਜੋ ਗੁਣ ਵਾਲੇ ਆ, ਕਰੋੜਾਂ ਲੋਕ ਤਮੋ ਗੁਣ ਵਾਲੇ ਆ, ਕਰੋੜਾਂ ਲੋਕ ਜਿਹੜੇ ਆ ਸਤੋ ਗੁਣ ਵਾਲੇ ਆ ਜੀ। ਮਹਾਰਾਜ ਜਿਹੜੇ ਤਾਮਸੀ ਲੋਕ ਨੇ, ਉਦੋਂ ਸੁਣਿਆ ਸੀ ਨਾ, ਚਟਪਟਾ ਖਾਂਦੇ ਆ, ਮਾੜਾ ਖਾਂਦੇ ਆ, ਬਹੁਤਾ ਸੌਂਦੇ ਆ,
ਈਰਖਾ, ਨਿੰਦਿਆ, ਚੁਗਲੀ, ਦਵੈਸ਼, ਝਗੜਾ ਕਰਦੇ ਹੀ ਰਹਿੰਦੇ ਆ। ਉਹਨਾਂ ਨੂੰ ਤਾਮਸੀ ਕਹਿੰਦੇ ਆ। ਕਰਹੇ ਪਾਪ ਨਹਿ ਅਦਬ ਰਖੰਤੇ। ਮਹਾਰਾਜ ਤਾਮਸੀ ਲੋਕ ਤੇ ਬੜਾ ਪਾਪ ਕਰਦੇ ਆ, ਕੋਈ ਅਦਬ ਸਤਕਾਰ ਨਹੀਂ ਰੱਖਦੇ। ਹਾਂਜੀ, ਸੋ ਕਿਸ ਬਿਦ ਕੀ ਗਤੀ ਲਹੰਤੇ। ਇੰਨੇ ਪਾਪ ਕਰਨ ਵਾਲੇ ਜਿਹੜੇ ਤਾਮਸੀ ਨੇ ਸੱਚੇ ਪਾਤਸ਼ਾਹ, ਉਹ ਕਿਵੇਂ ਗਤੀ ਪ੍ਰਾਪਤ ਕਰਦੇ ਆ। ਤਾਮਸੀ ਗੁਣ ਤਿੰਨਾਂ ਗੁਣਾਂ ਵਿੱਚੋਂ ਸਭ ਤੋਂ ਨਖਿੱਧ ਹੈਗਾ ਜੀ। ਸਭ ਤੋਂ ਨਖਿੱਧ ਬੰਦੇ ਤਾਮਸੀ ਬੰਦੇ ਹੁੰਦੇ ਜੀ। ਰਾਵਣ ਤਾਮਸੀ ਸੀਗਾ ਜੀ, ਤਾਮਸੀ ਸੀਗਾ ਜੀ। ਮਹਾਰਾਜ ਤਾਮਸੀ ਬੰਦਿਆਂ ਦਾ ਉਧਾਰ ਕਿਵੇਂ ਹੁੰਦਾ, ਤਾਮਸੀ ਬੰਦਿਆਂ ਦੀ ਗਤੀ ਕਿਵੇਂ ਹੁੰਦੀ ਹੈ। ਹਾਂਜੀ, ਸ਼੍ਰੀ ਮੁਖ ਤੇ ਫਰਮਾਵਣ ਕੀਨ। ਤੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮੁਖੋਂ ਉਚਾਰਦੇ ਆ, ਉਹਨਾਂ ਨੂੰ ਇਸ ਤਰ੍ਹਾਂ ਕਹਿੰਦੇ ਆ। ਹਾਂਜੀ, ਬਸ ਹੈ ਜੇ ਮਹਿਮਾ ਨਹਿ ਮਨ ਚੀਨ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਸੁਣੋ ਧਿਆਨ ਨਾਲ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅੰਮ੍ਰਿਤਸਰ ਵਿੱਚ ਤਾਮਸੀ ਬੰਦੇ ਜਿਹੜੇ ਰਹਿੰਦੇ ਆ, ਰਹਿੰਦੇ ਇੱਥੇ ਹੀ ਹੈ, ਅੰਮ੍ਰਿਤ ਸਰੋਵਰ ਦੇ ਲਾਗੇ ਹੀ ਰਹਿੰਦੇ ਆ, ਪਰ ਮਹਿਮਾ ਨਹੀਂ ਜਾਣਦੇ। ਦੇਖੋ ਨਾ, ਕਈ ਦਰਬਾਰ ਸਾਹਿਬ ਰਹਿ ਕੇ ਵੀ ਦੂਜੇ ਨੂੰ ਗਾਲਾਂ ਹੀ ਕੱਢੀ ਜਾਂਦੇ ਜੀ। ਕੋਈ ਉਹਨਾਂ ਦਾ ਕੀਰਤਨ ਨਾਲ ਮਤਲਬ ਨਹੀਂ ਹੈਗਾ ਜੀ। ਹਾਂਜੀ, ਠਨ ਹੈ ਪਾਪ ਨਾ ਜਨ ਹੈ ਮੂੜ। ਮਹਾਰਾਜ ਕਹਿੰਦੇ ਉਹ ਬੰਦੇ ਅੰਮ੍ਰਿਤਸਰ ਰਹਿ ਕੇ ਵੀ ਪਾਪ ਕਰਦੇ ਆ। ਮੂਰਖ ਨੇ ਕਹਿਣ ਲੱਗੇ, ਮਹਿਮਾ ਨਹੀਂ ਜਾਣਦੇ। ਜਿਵੇਂ ਡੱਡੂ ਸੰਗਤ ਦੀ ਰਹਿੰਦਾ ਤੇ ਜਲ 'ਚ ਹੀ ਹੈ, ਪਰ ਜਲ ਨਹੀਂ ਛਕਦਾ, ਕਾਈ ਛਕਦਾ, ਕਾਈ ਜੀ, ਉਹ ਜਿਹੜੀ ਹਰੀ ਹਰੀ ਉੱਗੀ ਹੁੰਦੀ ਜੀ। ਐਸੇ ਬੰਦੇ ਵੀ ਡੱਡੂਆਂ ਵਰਗੇ ਹੀ ਨੇ। ਹਾਂਜੀ, ਸੁਨ ਹੈ ਨਾ ਸਤਨਾਮ ਬਹੁ ਰੂੜ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਉਹ ਸਤਨਾਮ ਵਾਹਿਗੁਰੂ ਦਾ ਨਾਮ ਜਪਦੇ ਹੀ ਨਹੀਂ, ਦਰਬਾਰ ਸਾਹਿਬ ਦੇ ਲਾਗੇ ਰਹਿ ਕੇ ਨਹੀਂ ਜਪਦੇ ਜੀ। ਕਹਿੰਦੇ ਨਾ ਇਹਦੇ ਘਰ 'ਚ ਗੰਗਾ ਹੈ ਪਰ ਇਹਨੂੰ ਕਦਰ ਨਹੀਂ ਹੈ। ਉਹ ਵੀ ਇਸੇ ਤਰ੍ਹਾਂ ਦੇ ਆ। ਹਾਂਜੀ, ਤ੍ਰਿਗਦ ਜੋਨ ਮਰ ਇਹ ਠਾਂ ਪਾਵੇ। ਵਾਹਿਗੁਰੂ, ਗੱਜ ਕੇ ਆਖੋ। ਪਾਪ ਹੀ ਕਰਦੇ ਰਹਿੰਦੇ ਆ, ਪਾਪ ਹੀ ਕਰਦੇ ਰਹਿੰਦੇ ਆ, ਪਰ ਰਹਿੰਦੇ ਅੰਮ੍ਰਿਤਸਰ ਹੈ, ਇਹਦਾ ਵੀ ਫਲ ਮਿਲੇਗਾ। ਮਹਾਰਾਜ ਕਹਿੰਦੇ ਕੀ ਫਲ ਮਿਲੇਗਾ? ਹੋਣਗੇ ਤੇ ਟੇਢੀਆਂ ਜੂਨਾਂ 'ਚ, ਪਰ ਰਹਿਣਗੇ ਅੰਮ੍ਰਿਤਸਰ ਹੀ ਕਹਿਣ ਲੱਗੇ। ਹੁਣ ਰਹਿਣਗੇ ਟੇਢੀਆਂ ਜੂਨਾਂ 'ਚ, ਪਰ ਜਨਮ ਅੰਮ੍ਰਿਤਸਰ ਹੀ ਮਿਲੇਗਾ। ਹਾਂਜੀ, ਕੂਕਰ ਕਾਗ ਭੂੰਡ ਬਨ ਜਾਵੇ। ਵਾਹ ਜੀ ਵਾਹ। ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਰਹਿ ਕੇ ਨਿੰਦਿਆ, ਚੁਗਲੀ, ਝਗੜਾ ਕਰਨ ਵਾਲੇ ਤਾਮਸੀ ਬੰਦੇ ਨਾਮ ਨਹੀਂ ਜਪਦੇ, ਹਰਮੰਦਰ ਸਾਹਿਬ ਨਹੀਂ ਆਉਂਦੇ, ਮਹਾਰਾਜ ਕਹਿੰਦੇ ਕੁੱਤੇ ਬਣਨਗੇ, ਕਾਂ ਬਣਨਗੇ, ਭੂੰਡ ਬਣਨਗੇ, ਪਰ ਰਹਿਣਗੇ ਅੰਮ੍ਰਿਤਸਰ ਦੇ ਵਿੱਚ ਹੀ ਕਹਿਣ ਲੱਗੇ। ਤੇ ਇੱਥੇ ਦਰਬਾਰ ਸਾਹਿਬ ਦੇ ਲਾਗੇ ਜਿਹੜੇ ਜਿਹੜੇ ਕੁੱਤੇ ਤੁਰੇ ਫਿਰਦੇ ਆ, ਇਹਦਾ ਮਤਲਬ ਇਹ ਬੰਦੇ ਹੀ ਸੀ ਪਹਿਲਾਂ ਜੀ। ਹਾਂਜੀ, ਨਾਮ ਨਹੀਂ ਜਪਿਆ, ਦਰਬਾਰ ਸਾਹਿਬ ਦੀ ਕਦਰ ਨਹੀਂ ਜਾਣੀ। ਉੱਥੇ ਭੂੰਡ ਵੀ ਬੜੇ ਨੇ ਜੀ, ਕਾਂ ਵੀ ਬੜੇ ਆ ਜੀ। ਹਾਂਜੀ, ਮੂਖਕ ਸਰਪ ਬਨਹਿ ਅਗ ਭੋਗ ਹੈ। ਹਾਂ, ਮਹਾਰਾਜ ਕਹਿੰਦੇ ਚੂਹੇ ਵੀ ਬਣਨਗੇ, ਸੱਪ ਵੀ ਬਣਨਗੇ, ਤੇ ਕੀਤੇ ਹੋਏ ਕਰਮਾਂ ਦਾ ਫਲ ਪਾਉਣਗੇ, ਪਰ ਰਹਿਣਗੇ ਅੰਮ੍ਰਿਤਸਰ ਹੀ ਕਹਿਣ ਲੱਗੇ। ਉੱਥੇ ਲਾਗੇ ਲਾਗੇ ਚੂਹੇ ਵੀ ਬੜੇ ਹੈਗੇ ਆ ਜੀ। ਇੱਕ ਚੌਂਕ ਨੂੰ ਕਹਿੰਦੇ ਅਸੀਂ ਚੂਹਿਆਂ ਵਾਲਾ ਚੌਂਕ ਹੈ ਜੀ, ਉੱਥੇ ਬੜੇ ਚੂਹੇ ਹੁੰਦੇ ਆ ਜੀ। ਦਰਬਾਰ ਸਾਹਿਬ ਨੂੰ ਜਾਂਦੇ ਆ, ਮਹਾਰਾਜ ਕਹਿੰਦੇ ਚੂਹੇ ਬਣਨਗੇ, ਪਰ ਰਹਿਣਗੇ ਇੱਥੇ ਹੀ। ਹਾਂਜੀ, ਪੁਨ ਨਰ ਇਸ ਥਲ ਬਨਹਿ ਅਰੋਗ ਹੈ। ਗੱਜ ਕੇ ਆਖੋ। ਫਿਰ ਮਹਾਰਾਜ ਕਹਿੰਦੇ ਇੱਥੇ ਭੋਗਣਗੇ, ਫਿਰ ਜਾ ਕੇ ਮਨੁੱਖਾ ਸਰੀਰ ਪ੍ਰਾਪਤ ਕਰਨਗੇ, ਪਰ ਮਨੁੱਖਾ ਸਰੀਰ ਮਿਲੇਗਾ ਉਹਨਾਂ ਨੂੰ ਕਹਿਣ ਲੱਗੇ। ਅੰਮ੍ਰਿਤਸਰ ਦੀ ਕਿੰਨੀ ਮਹਾਨਤਾ ਹੈ। ਹਾਂਜੀ, ਪੁਨ ਭਗਤੀ ਕੋ ਪ੍ਰਾਪਤ ਸੋਏ। ਮਹਾਰਾਜ ਕਹਿਣ ਲੱਗੇ ਕੁੱਤੇ ਬਣ ਕੇ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਦਰਸ਼ਨ ਕਰਿਆ ਕਰਨਗੇ, ਦਰਸ਼ਨ ਕਰਿਆ ਕਰਨਗੇ, ਉਹਨਾਂ ਨੂੰ ਉਹਨਾਂ ਦਾ ਭਲਾ ਹੋਇਆ ਕਰੇਗਾ। ਫਿਰ ਬੰਦੇ ਦੀ ਜੂਨ ਮਿਲੇਗੀ, ਅੰਮ੍ਰਿਤਸਰ 'ਚ ਹੀ ਜਨਮ ਹੋਏਗਾ। ਤੇ ਜਦੋਂ ਅੰਮ੍ਰਿਤਸਰ 'ਚ ਜਨਮ ਹੋਏਗਾ,
ਫਿਰ ਕਈ ਜੂਨਾਂ ਭਟਕ ਕੇ ਆਉਣਗੇ, ਫਿਰ ਉਹ ਨਾਮ ਜਪਣਗੇ, ਕਹਿਣ ਲੱਗੇ। ਹਾਂਜੀ, ਛੁਟ ਹੈ 84 ਗੌਨ ਨਾ ਹੋਏ। ਮਹਾਰਾਜ ਕਹਿੰਦੇ ਫਿਰ 84 ਲੱਖ ਜੂਨਾਂ ਤੋਂ ਛੁੱਟ ਜਾਣਗੇ, ਆਵਾਗਮਨ ਦਾ ਚੱਕਰ ਮੁੱਕ ਜਾਏਗਾ। ਹਾਂਜੀ, ਸੁਨ ਸਭ ਸਿੱਖਨ ਸੀਸ ਨਿਵਾਇਓ। ਸੁਣ ਕੇ ਸਾਰੇ ਸਿੱਖਾਂ ਨੇ ਸਿਰ ਨਿਵਾਇਆ। ਆਪਾਂ ਵੀ ਨਿਵਾਈਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇੰਨੀ ਵੱਡੀ ਮਹਾਨਤਾ ਅੰਮ੍ਰਿਤਸਰ ਦੀ ਜੀ। ਹਾਂਜੀ, ਠੀਕ ਹੈ, ਨਾਮ ਨਹੀਂ ਜਪਿਆ, ਕੋਈ ਸਤ ਸੰਗਤ ਨਹੀਂ ਕੀਤੀ, ਭਲਾ ਕਰਮ ਨਹੀਂ ਕੀਤਾ, ਜਾਨਵਰ ਦੀ ਜੂਨ ਪਏਗਾ, ਪਰ ਰਹੇਗਾ ਅੰਮ੍ਰਿਤਸਰੀ ਜੀ, ਰਹੇਗਾ ਉੱਥੇ ਹੀ ਜੀ। ਫਿਰ ਮਨੁੱਖਾ ਸਰੀਰ ਮਿਲ ਕੇ ਫਿਰ ਭਲਾ ਹੋ ਜਾਏਗਾ। ਇਹਦਾ ਮਤਲਬ ਇਹ ਹੈ, ਅੰਮ੍ਰਿਤਸਰ ਜਨਮ ਲੈਣ ਵਾਲੇ ਦਾ ਭਲਾ ਜ਼ਰੂਰ ਹੋਣਾ ਹੀ ਹੋਣਾ ਹੈ ਜੀ, ਭਲਾ ਜ਼ਰੂਰ ਹੋਣਾ ਹੈ ਜੀ, ਭਾਵੇਂ ਕੁਝ ਸਮਾਂ ਪਾ ਕੇ ਹੋ ਜਾਏ ਜੀ। ਭਾਗਾਂ ਵਾਲੇ ਆ ਨਾ ਆਪਾਂ ਸਾਰੇ ਫਿਰ। ਹਾਂਜੀ, ਭਾਗਾਂ ਵਾਲੇ ਆ ਜੀ। ਹਾਂਜੀ, ਧੰਨ ਗੁਰੂ ਤੀਰਥ ਪ੍ਰਗਟਾਇਓ। ਤੇ ਸਾਰੇ ਸਿੱਖਾਂ ਨੇ ਸਿਰ ਨਿਵਾਇਆ, ਕਹਿਣ ਲੱਗੇ ਧੰਨ ਨੇ ਗੁਰੂ ਅਰਜਨ ਦੇਵ ਸਾਹਿਬ, ਇੰਨਾ ਵੱਡਾ ਤੀਰਥ ਪ੍ਰਗਟ ਕੀਤਾ, ਇੰਨਾ ਭਲਾ ਕਰਨ ਵਾਸਤੇ ਸਾਡਾ। ਹਾਂਜੀ, ਦੋਹਰਾ ਕਾਲੋ ਸੀ ਵੱਡ ਸੂਰਮਾ। ਹਾਂਜੀ, ਕੱਕਾ ਜਿਸ ਕੀ ਜਾਤ। ਭਾਈ ਕਾਲੋ ਇੱਕ ਬੜਾ ਵੱਡਾ ਸੂਰਮਾ ਹੈ, ਉਹਦੀ ਜਾਤ ਹੈ ਕੱਕਾ, ਪਹਿਲਵਾਨ ਹੈ, ਸ਼ਸਤਰਧਾਰੀ ਹੈ, ਬੜਾ ਯੋਧਾ ਹੈ, ਬੜਾ ਸੂਰਮਾ ਹੈ। ਹਾਂਜੀ, ਸ਼੍ਰੀ ਅਰਜਨ ਕੋ ਨਮੋ ਕਰ ਬੂਝਤ ਭਇਓ ਬ੍ਰਿਤਾਂਤ। ਤੇ ਉਹ ਵੀ ਮਹਾਰਾਜ ਦੇ ਦਰਸ਼ਨ ਕਰਨ ਆਇਆ। ਕੀ ਨਾਮ ਭਲਾ? ਭਾਈ ਕਾਲੋ। ਹਾਂਜੀ, ਭਾਈ ਕਾਲੋ ਕੱਕੇ ਜਾਤ ਦਾ ਬੜਾ ਵੱਡਾ ਸੂਰਮਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਮੱਥਾ ਟੇਕਿਆ। ਹਾਂਜੀ, ਮਰਹਿ ਜੁਦ ਮਹਿ ਜੋਦਾ ਜੋਏ। ਗੱਜ ਕੇ ਆਖੋ। ਹੁਣ ਸੰਗਤ ਜੀ, ਜਿਹੋ ਜਿਹਾ ਬੰਦੇ ਦਾ ਸੁਭਾਅ ਹੁੰਦਾ ਹੈ ਨਾ, ਉਹਦੇ ਪ੍ਰਸ਼ਨ ਵੀ ਉਹੋ ਜਿਹੇ ਹੁੰਦੇ ਆ। ਕਿਹੋ ਜਿਹੇ ਹੁੰਦੇ ਆ? ਧਿਆਨ ਨਾਲ ਸੁਣਿਓ। ਸੁਭਾਅ ਹੁੰਦਾ ਹੈ, ਜੇ ਲੜਨ ਝਗੜਨ ਦਾ, ਤੇ ਲੜਾਈ ਝਗੜੇ ਵਾਲੀਆਂ ਗੱਲਾਂ ਕਰੇਗਾ। ਨਾਮ ਜਪਣ ਵਾਲਾ ਹੈ, ਨਾਮ ਜਪਣ ਦੀ ਗੱਲ ਕਰੇਗਾ। ਇਹ ਹੁਣ ਯੋਧਾ ਹੈ, ਸੂਰਮਾ ਭਾਈ ਕਾਲੋ। ਭਾਈ ਕਾਲੋ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ, ਜੇ ਕੋਈ ਜੰਗ 'ਚ ਲੜਦਾ ਲੜਦਾ ਮਰ ਜਾਵੇ ਮਹਾਰਾਜ, ਹਾਂਜੀ, ਕੋ ਪਦ ਤਿਸ ਕੋ ਪ੍ਰਾਪਤ ਹੋਏ। ਤੇ ਜੰਗ ਵਿੱਚ ਲੜਨ ਵਾਲੇ ਨੂੰ ਮਹਾਰਾਜ ਕਿਹੜੀ ਪਦਵੀ ਮਿਲਦੀ ਹੈ? ਮਰਨ ਤੋਂ ਬਾਅਦ ਉਹਦਾ ਭਲਾ ਹੁੰਦਾ। ਵੇਖੋ, ਬੜੇ ਲੋਕ, ਬੜੇ ਸਿੱਖ ਸ਼ਹੀਦ ਹੋਏ ਆ। ਹਾਂਜੀ, ਕਹਾਂ ਜਾਏ ਸੁਖ ਕੇਤਕ ਪਾਵੈ। ਸੱਚੇ ਪਾਤਸ਼ਾਹ, ਜੰਗ 'ਚ ਲੜ ਰਿਹਾ, ਬੰਦੂਕ ਦੀ ਗੋਲੀ ਵੱਜ ਗਈ ਹੈ, ਤਲਵਾਰ ਵੱਜ ਗਈ ਹੈ, ਉਹਦੀ ਮੌਤ ਹੋ ਗਈ ਹੈ। ਮਹਾਰਾਜ, ਮਰਨ ਤੋਂ ਬਾਅਦ ਉਹਦਾ ਕੀ ਬਣੇਗਾ? ਹਾਂਜੀ, ਸੁਨ ਸ਼੍ਰੀ ਮੁਖ ਤੇ ਤਾਹੇ ਬਤਾਵੈ। ਹੁਣ ਸੁਣਿਓ, ਜਿਹੜੇ ਯੋਧੇ ਆ, ਸੂਰਮੇ ਆ, ਜੰਗਾਂ ਕਰਦੇ ਆ, ਮਹਾਰਾਜ ਕਹਿਣ ਲੱਗੇ ਸੁਣ ਲਓ। ਹਾਂਜੀ, ਧਰਮ ਬੀਰਤਾ ਜਿਸਨੇ ਧਾਰਾ। ਗੱਜ ਕੇ ਆਖੋ। ਮਹਾਰਾਜ ਕਹਿੰਦੇ, ਜਿਸਨੇ ਵੀਰਤਾ ਦਾ ਧਰਮ ਧਾਰਨ ਕੀਤਾ, ਯੋਧਾ ਬਣਿਆ, ਸੂਰਮਾ ਬਣਿਆ। ਸੰਗਤ ਜੀ, ਸੂਰਮਾ ਬਣਨਾ ਸੌਖਾ ਕੰਮ ਨਹੀਂ ਜੇ ਹੁੰਦਾ। 5 ਮਿੰਟ ਆਖਾਂ ਨਾ ਮੈਂ ਵੀ ਲਗਾਤਾਰ ਤਲਵਾਰ ਦੇ ਵਾਰ ਕੱਢ ਕੇ ਵਿਖਾਓ, ਤੇ ਬੰਦੇ ਥੱਕ ਜਾਂਦੇ, 100 ਸਾਈ ਹੋ ਜਾਂਦੇ ਜੀ। ਕਈ ਘੰਟੇ ਹੱਥਾਂ 'ਚ ਸ਼ਸਤਰ ਲੈ ਕੇ ਲੜਨਾ ਕੋਈ ਸੌਖੀ ਗੱਲ ਥੋੜੀ ਹੈਗੀ ਜੀ, ਬੜਾ ਵੱਡਾ ਕੰਮ ਹੈਗਾ ਜੀ। ਜਿਹਨੇ ਮਿਹਨਤ ਕੀਤੀ, ਲਗਨ ਲਾਈ ਇਸ ਪਾਸੇ, ਇਹ ਰੱਬ ਹੀ ਹੈ ਜੇ ਕਿਸੇ ਨੂੰ ਇਸ ਪਾਸੇ ਤੋਰ ਦੇਵੇ ਜੀ। ਮਹਾਰਾਜ ਕਹਿੰਦੇ, ਜਿਹਨੇ ਜੰਗ ਦਾ ਧਰਮ ਧਾਰਨ ਕੀਤਾ ਹੋਇਆ। ਹਾਂਜੀ, ਨਿਰਭੈ ਰਹਿਣ ਸੰਗਰਾਮ ਮਝਾਰਾ। ਫਿਰ ਉਹ ਬਿਨਾਂ ਕਿਸੇ ਡਰ ਤੋਂ ਯੁੱਧ ਕਰਨ ਜਾਵੇ ਜੀ। ਕਈ ਬੰਦੇ ਯੋਧੇ ਤੇ ਬੜੇ ਹੁੰਦੇ ਆ, ਪਰ ਯੁੱਧ ਕਰਨ ਲੱਗਿਆਂ ਡਰ ਆਉਂਦਾ ਜੀ ਉਹਨਾਂ ਨੂੰ। ਮਹਾਰਾਜ ਕਹਿੰਦੇ, ਬਿਨਾਂ ਕਿਸੇ ਡਰ ਤੋਂ ਜੰਗ ਕਰਨ ਜਾਵੇ। ਹਾਂਜੀ, ਜੀਤਿਓ ਸ਼ਤਰ ਚਹਿਤ ਚਿਤ ਮਰਿਓ। ਆਪ ਜਿੱਤਣਾ ਚਾਹਵੇ, ਸ਼ਤਰੂ ਨੂੰ ਮਾਰਨਾ ਚਾਹਵੇ। ਹਾਂਜੀ, ਮਰਤ ਜੇ ਸਤਨਾਮ ਉਰ ਧਰਿਓ। ਇਹੋ ਜੀ ਉਹਦੀ ਭਾਵਨਾ ਹੋਵੇ, ਜੰਗ ਕਰ ਰਿਹਾ ਹੋਵੇ ਤੇ ਮਰ ਜਾਵੇ, ਕਹਿਣ ਲੱਗੇ। ਗੱਜ ਕੇ ਆਖੋ। ਵਾਹਿਗੁਰੂ। ਤੇ ਜੇ ਮਰਦੇ ਸਮੇਂ
ਮਹਾਰਾਜ ਕਹਿੰਦੇ ਰੱਬ ਦਾ ਕਿਤੇ ਧਿਆਨ ਆ ਜਾਵੇ ਉਹਨੂੰ। ਹਾਂਜੀ, ਪ੍ਰਾਪਤ ਹੋਤ ਪਰਮਗਤ ਸੋਏ। ਤੇ ਫਿਰ ਸੁਣ ਲਿਓ, ਭਾਵੇਂ ਜੰਗ ਦੇ ਮੈਦਾਨ 'ਚ ਮਰ ਰਿਹਾ, ਮਰਦੇ ਸਮੇਂ ਰੱਬ ਦਾ ਚੇਤਾ ਆਵੇਗਾ, ਪਰਮ ਗਤੀ ਮਿਲੇਗੀ। ਸੰਗਤ ਜੀ, ਮੈਂ ਇੱਕ ਸਿੱਖ ਦਾ ਜ਼ਿਕਰ ਕਰਕੇ ਫਿਰ ਪ੍ਰਸੰਗ ਅੱਗੇ ਤੋਰਾਂਗਾ। ਹੱਥ ਜੋੜੋ ਤੇ ਆਖੋ ਧੰਨ ਭਾਈ ਉਦੈ ਸਿੰਘ ਜੀ। ਧੰਨ ਭਾਈ ਉਦੈ ਸਿੰਘ ਜੀ। ਭਾਈ ਮਨੀ ਸਿੰਘ ਜੀ ਦੇ ਪੁੱਤਰ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਜੀ। ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ, ਉਹਨਾਂ ਦੇ ਪੁੱਤਰ ਨੇ ਜੀ। ਸਰਸਾ ਦੇ ਕੰਢੇ ਤੇ ਜੰਗ ਹੁੰਦਾ। ਜਦੋਂ ਜੰਗ ਨੂੰ ਤੁਰਨ ਲੱਗੇ, ਸਤਿਗੁਰੂ ਜੀ ਨੇ ਇਹਨਾਂ ਨੂੰ ਸਰਦਾਰ ਬਣਾਇਆ ਫੌਜਾਂ ਦਾ ਜੀ। ਜਿਵੇਂ ਕੋਈ ਕਪਤਾਨ ਹੁੰਦਾ, ਜਰਨਲ ਹੁੰਦਾ, ਮਹਾਰਾਜ ਨੇ ਇਹਨਾਂ ਨੂੰ ਸੈਨਾਪਤੀ ਸਰਦਾਰ ਬਣਾਇਆ, ਜਰਨੈਲ ਬਣਾਇਆ ਫੌਜਾਂ ਦਾ ਜੀ। ਤੋਰਨ ਲੱਗੇ, ਮਹਾਰਾਜ ਕਹਿੰਦੇ ਉਦੈ ਸਿੰਘ ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਜਦੋਂ ਕੌਮ ਨੂੰ ਜਰਨੈਲ ਦੀ ਲੋੜ ਪਏਗੀ ਤੂੰ ਹੀ ਆਏਗਾ, ਕਹਿਣ ਲੱਗੇ ਤੂੰ ਹੀ ਹੋਏਗਾ, ਕਹਿਣ ਲੱਗੇ। ਸਤਿਗੁਰੂ ਕਹਿਣ ਲੱਗੇ ਉਦੈ ਸਿੰਘ, ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਜਾਣਾ ਤੁਸੀਂ ਵਾਪਸ ਨਹੀਂ ਆ ਸਕਦੇ, ਕਹਿਣ ਲੱਗੇ। ਪਰ ਜਦੋਂ ਮਰਨ ਲੱਗੋਗੇ ਨਾ, ਸ਼ਹੀਦ ਹੋਣ ਲੱਗੋਗੇ, ਤੁਹਾਨੂੰ ਸ਼ਸਤਰ ਵੱਜਣਗੇ, ਤੁਸੀਂ ਮੈਨੂੰ ਯਾਦ ਕਰਨਾ ਹੈ, ਕਹਿਣ ਲੱਗੇ। ਕਹਿਣਾ ਸੌਖਾ ਸੰਗਤ ਜੀ, ਜੰਗ ਦਾ ਮੈਦਾਨ ਹੈ, ਵਾਹੋ ਦਾਹੀ ਜੰਗ ਹੁੰਦਾ ਹੀ ਹੈ, ਤਲਵਾਰਾਂ ਚੱਲ ਰਹੀਆਂ, ਨੇਜੇ ਵੱਜ ਰਹੇ ਹੈ, ਗੋਲੀਆਂ ਚੱਲ ਰਹੀਆਂ। ਭਾਈ ਉਦੈ ਸਿੰਘ ਜੀ ਸਰਸਾ ਨਦੀ ਦੇ ਕੰਢੇ ਤੇ ਜਾ ਕੇ ਜੰਗ ਕਰਦੇ ਆ। ਹੁਣ ਉੱਥੇ ਜੰਗ ਹੁੰਦੀ ਬੜੀ ਜੀ। ਭਾਈ ਉਦੈ ਸਿੰਘ ਜੀ ਦਾ ਮਹਾਂਦਰਾ ਕਲਗੀਧਰ ਦੀ ਵਰਗਾ ਹੈਗਾ ਜੀ। ਕਈਆਂ ਨੂੰ ਇਉਂ ਲੱਗਾ ਵੀ ਇਹੋ ਹੀ ਗੁਰੂ ਗੋਬਿੰਦ ਸਿੰਘ ਨੇ ਜੀ। ਬੜੇ ਸ਼ਸਤਰ ਮਾਰੇ ਜੀ ਉਹਨਾਂ ਨੂੰ, ਬੜੇ ਸ਼ਸਤਰ ਵੱਜੇ। ਉਹਨਾਂ ਨੇ ਪਹਿਲਾਂ ਬੜਿਆਂ ਨੂੰ ਮਾਰਿਆ। ਜਦੋਂ ਬੜੇ ਸ਼ਸਤਰ ਵੱਜੇ, ਭਾਈ ਉਦੈ ਸਿੰਘ ਜੀ ਸ਼ਹੀਦ ਹੋਣ ਲੱਗੇ। ਭਾਈ ਉਦੈ ਸਿੰਘ ਜੀ ਨੇ ਬਾਜਾਂ ਵਾਲੇ ਗੁਰੂ ਸਾਹਿਬ ਜੀ ਦਾ ਧਿਆਨ ਧਾਰਿਆ ਜੀ। ਉਸੇ ਵੇਲੇ ਸਿੱਧਾ ਹੀ ਭਾਈ ਉਦੈ ਸਿੰਘ ਜੀ ਸੱਚਖੰਡ ਵਿੱਚ ਗਏ ਜੀ। ਕਹਿੰਦੇ ਆ ਉਹ ਦੁਸ਼ਟ ਏਡੇ ਸਨ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਫਿਰ ਵੀ ਗਲਾ ਵੱਢ ਦਿੱਤਾ ਜੀ ਉਹਨਾਂ ਨੇ ਜੀ। ਤੇ ਭਾਈ ਉਦੈ ਸਿੰਘ ਜਦੋਂ ਜੰਗ ਕਰ ਰਹੇ ਸਨ, ਸ਼ਹੀਦ ਹੋ ਰਹੇ ਸਨ, ਤੇ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਾਰ ਰਹੇ ਸਨ ਨਾ, ਉਸ ਵੇਲੇ ਦੇਵਤੇ ਵੀ ਆ ਕੇ ਸਾਰਾ ਦ੍ਰਿਸ਼ ਵੇਖ ਰਹੇ ਹੈਗੇ ਜੀ। ਇਸੇ ਤਰ੍ਹਾਂ ਭਾਈ ਜੀਵਨ ਸਿੰਘ ਜੀ ਨੇ ਜੰਗ ਕੀਤਾ, ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜੰਗ ਕੀਤਾ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਜੰਗ ਕੀਤਾ। ਅੰਤਮ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਾਰਿਆ ਜੀ। ਇੱਕ ਸਿੱਖ ਸਿੰਘ ਨਹੀਂ, ਬੜੇ ਸਿੰਘ, ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰਥ ਪਤਾ ਕੀ ਹੈ? ਉਹ ਹਰ ਸਮੇਂ ਮਹਾਰਾਜ ਕਲਗੀਧਰ ਜੀ ਨੂੰ ਹੀ ਚੇਤੇ ਕਰਦੇ ਸਨ। ਇਸ ਪੰਕਤੀ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਸੀ। ਕਿਹੜੀ ਪੰਕਤੀ? ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਮੋਰ, ਗੁਰੂ ਗੁਰੂ ਗੁਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਹੋਰ, ਗੁਰੂ ਬਿਨਾ। ਇੱਕ ਸਿੰਘ ਨਹੀਂ, ਬੜੇ ਸਿੰਘ ਜਿਨ੍ਹਾਂ ਨੇ ਜੰਗ ਕੀਤੀ। 40 ਸ਼ਹੀਦ ਹੋਏ ਨਾ ਜੀ ਉਦੋਂ ਚਮਕੌਰ ਦੀ ਗੜੀ 'ਚ। ਹੋਰ ਕਿੰਨੇ ਸਿੰਘ ਜੀ। ਪਹਿਲਾਂ ਕਿੰਨੀਆਂ ਜੰਗਾਂ ਹੋਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜੰਗਾਂ ਹੋਈਆਂ। ਯੋਧੇ ਸੂਰਮੇ, ਉਹਨਾਂ ਨੇ ਜੰਗ ਦੇ ਮੈਦਾਨ 'ਚ ਸਰੀਰ ਤਿਆਗੇ। ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਮਰਨ ਲੱਗਿਆਂ ਜੰਗ ਦੇ ਮੈਦਾਨ 'ਚ ਕੋਈ ਰੱਬ ਦਾ ਧਿਆਨ ਧਾਰ ਲਵੇ, ਉਹਦੀ ਪਰਮ ਗਤੀ ਹੁੰਦੀ ਹੈ ਜੀ। ਹਾਂ,
ਪ੍ਰਾਪਤ ਹੋਤ ਪਰਮ ਗਤ ਸੋਏ। ਉਹਨੂੰ ਪਰਮ ਗਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਸੱਚਖੰਡ ਵਿੱਚ ਵਾਸਾ ਹੁੰਦਾ ਉਹਦਾ ਜੀ। ਹਾਂਜੀ, ਜਨਮ ਜਨਮ ਕੇ ਪਾਪਨ ਖੋਏ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਮੰਨ ਲਓ ਉਸ ਬੰਦੇ ਕੋਲੋਂ ਬੜੇ ਪਾਪ ਹੋ ਗਏ ਆ, ਜ਼ਿੰਦਗੀ 'ਚ ਬੜੇ ਪਾਪ ਕੀਤੇ ਆ, ਪਰ ਐਂਡਲੇ ਸਮੇਂ ਧਰਮ ਵਾਸਤੇ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦਾ, ਰੱਬ ਨੂੰ ਚੇਤੇ ਕਰ ਰਿਹਾ। ਮਹਾਰਾਜ ਕਹਿੰਦੇ ਜਨਮਾਂ ਦੇ ਇੱਕ ਜਨਮ ਦੇ ਛੱਡੋ, ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਕਹਿਣ ਲੱਗੇ। ਹਾਂਜੀ, ਬਿਨ ਸਿਮਰਨ ਰਿਸ ਰਿਪ ਪਰ ਧਾਰ। ਬਿਨਾਂ ਸਿਮਰਨ ਦੇ ਦੁਸ਼ਮਣ ਦੇ ਉੱਤੇ ਚਲੇ ਜਾਵੇ, ਗੁੱਸਾ ਕਰੇ, ਨਾਮ ਨਹੀਂ ਜਪਦਾ, ਜੰਗ ਕਰੇ, ਮਹਾਰਾਜ ਕਹਿਣ ਲੱਗੇ। ਹਾਂਜੀ, ਮਾਰ ਮਾਰ ਮੁਖ ਕਰਤ ਉਚਾਰ। ਬਸ ਇਹੋ ਹੀ ਕਵੇ ਮਾਰ ਲਵੋ ਮਾਰ ਲਵੋ ਮਾਰ ਲਵੋ, ਇਹੋ ਕਹਿੰਦਾ ਰਵੇ। ਹਾਂਜੀ, ਬਿਨਾ ਤਰਾਸ ਤੇ ਤਨ ਤਜ ਦੇਤ। ਮਹਾਰਾਜ ਕਹਿੰਦੇ ਬਿਨਾਂ ਕਿਸੇ ਡਰ ਤੋਂ ਉਹ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਜੇ, ਪਰ ਐਂਡਲੇ ਸਮੇਂ ਨਾਮ ਨਹੀਂ ਜਪਿਆ, ਨਾਮ ਨਹੀਂ ਮਰਨ ਲੱਗਿਆ ਚੇਤੇ ਆਇਆ। ਹਾਂਜੀ, ਹੱਤ ਹੱਤ ਸ਼ਸਤਰ ਪਰਹਿ ਰਣ ਖੇਤ। ਸ਼ਸਤਰਾਂ ਦੇ ਵਾਰ ਖਾ ਖਾ ਕੇ ਦੂਜਿਆਂ ਨੂੰ ਕਰ ਕਰਕੇ ਜੰਗ ਦੇ ਮੈਦਾਨ 'ਚ ਡਿੱਗ ਜਾਵੇ। ਹਾਂਜੀ, ਜੋਗੀ ਸਮ ਭੇਦੇ ਰਵ ਮੰਡਲ। ਹਾਂ, ਮਹਾਰਾਜ ਕਹਿਣ ਲੱਗੇ ਉਹ ਫਿਰ ਜੋਗੀ ਵਾਂਗੂ, ਜਿਵੇਂ ਜੋਗੀ ਆਪਣੀ ਸੁਰਤ ਦੀ ਅਵਸਥਾ ਦੇ ਪੜਾਅ ਤਾਂ ਕਰ ਲੈਂਦਾ ਹੈ, ਉਹ ਵੀ ਤਾਂ ਜੋਗੀ ਵਾਲੀ ਅਵਸਥਾ ਮਿਲਦੀ ਉਹਨੂੰ। ਹਾਂਜੀ, ਪੁੰਨ ਪਹੁੰਚ ਹੈ ਜਹ ਬਸੈ ਅਖੰਡਲ। ਜੋਗੀ ਵਾਂਗੂ ਸੂਰਜ ਮੰਡਲ ਨੂੰ ਭੇਦਦਾ ਹੋਇਆ ਸਵਰਗ ਵਿੱਚ ਜਾਂਦਾ ਹੈ, ਜਿੱਥੇ ਇੰਦਰ ਰਾਜੇ ਦਾ ਰਾਜ ਹੈ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਬੜੇ ਯੋਧੇ ਆ, ਮਰਨ ਲੱਗਿਆ ਨਾਮ ਨਹੀਂ ਜਪਦੇ, ਉਹ ਫਿਰ ਇੰਦਰ ਦੇ ਰਾਜ 'ਚ ਜਾਂਦੇ ਆ, ਸਵਰਗ 'ਚ ਜਾਂਦੇ ਆ। ਹਾਂਜੀ, ਗਨ ਬਿਰੰਗਣਾ ਸੇਵਤ ਆਏ। ਮਹਾਰਾਜ ਕਹਿਣ ਲੱਗੇ ਫਿਰ ਵੀ ਜੰਗ ਕਰਦਿਆਂ ਸ਼ਹੀਦ ਹੋਏ ਆ, ਜੰਗ ਕਰਦਿਆਂ ਸਰੀਰ ਤਿਆਗੇ ਆ, ਪਰੀਆਂ ਉਹਨਾਂ ਦੀਆਂ ਸੇਵਾਵਾਂ ਕਰਦੀਆਂ ਨੇ। ਹਾਂਜੀ, ਬਿਬਤ ਬਿਦਨ ਕੇ ਬਿਬਦ ਜੇ ਥਾਏ। ਤੇ ਕਈ ਤਰ੍ਹਾਂ ਦੇ ਦੇਵਤੇ ਉਹਨਾਂ ਦੀ ਸੇਵਾ 'ਚ ਲੱਗ ਜਾਂਦੇ ਆ। ਹਾਂਜੀ, ਚਾਮੀ ਕਰਕੇ ਮੰਦਰ ਬੀਚ। ਮਹਾਰਾਜ ਕਹਿਣ ਲੱਗੇ ਉੱਥੇ ਫਿਰ ਨਾ ਸੋਨੇ ਦੇ ਮਹਿਲਾਂ ਵਿੱਚ ਉਹਦੀ ਰੂਹ ਦਾ ਵਾਸਾ ਹੁੰਦਾ ਕਹਿਣ ਲੱਗੇ, ਜਿਹੜਾ ਜੰਗ ਵਿੱਚ ਵੈਸੇ ਹੀ ਮਰ ਜਾਂਦਾ। ਹਾਂਜੀ, ਇਤਿਆਦਿਕ ਸੁਖ ਅਨਕ ਪ੍ਰਕਾਰ। ਬੜੇ ਸੁੱਖ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ ਮਿਲਦੇ ਆ ਫਿਰ। ਹਾਂਜੀ, ਰਾਗ ਸੁਣਾਵ ਹੈ ਬਹੁ ਸੁਖ ਸੀਚ। ਉੱਥੇ ਫਿਰ ਰਾਗਾਂ ਦੀਆਂ ਪਰੀਆਂ ਉਹਨੂੰ ਰਾਗਾਂ ਵਿੱਚ ਗੀਤ ਸੁਣਾਉਂਦੀਆਂ ਨੇ। ਹੈ ਤੇ ਸਵਰਗ ਵੀ ਠੀਕ ਹੈ, ਪਰ ਇੱਕ ਨੁਕਸਾਨ ਹੈ, ਸਵਰਗ ਵਿੱਚ ਜਾਣ ਵਾਲਾ ਬੰਦਾ ਸਵਰਗ ਦੇ ਸੁੱਖਾਂ 'ਚ ਪੈ ਜਾਂਦਾ ਜੇ ਰੱਬ ਨੂੰ ਭੁੱਲ ਜਾਂਦਾ ਹੈ ਜੀ। ਉਹ ਹਿੰਦੂ ਧਰਮ ਦੇ ਸੀਰੀਅਲਾਂ ਵਿੱਚ ਜਦੋਂ ਕਿਤੇ ਇੰਦਰ ਦੇਵਤੇ ਦਾ ਸੀਨ ਆਉਂਦਾ ਹੈ ਤੇ ਕੀ ਹੁੰਦਾ, ਉਹਨੂੰ ਬਸ ਆਪਣਾ ਰਾਜ ਖੁੱਸਣ ਦਾ ਹੀ ਡਰ ਪਿਆ ਰਹਿੰਦਾ, ਉਹਦੇ ਅੱਗੇ ਬੀਬੀਆਂ ਨੱਚਣ ਦਈਆਂ ਹੁੰਦੀਆਂ ਨੇ। ਪਰ ਜਿਹੜਾ ਨਾਮ ਜਪਦਿਆਂ ਜੰਗ ਦੇ ਮੈਦਾਨ 'ਚ ਸਰੀਰ ਛੱਡਦਾ ਹੈ, ਉਹ ਸੱਚਖੰਡ ਵਿੱਚ ਜਾਂਦਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਉੱਥੇ ਜਾਂਦਾ ਹੈ। ਹਾਂਜੀ, ਇਤਿਆਦਿਕ ਸੁਖ ਅਨਕ ਪ੍ਰਕਾਰ। ਇਸ ਤਰੀਕੇ ਦੇ ਬੜੇ ਸੁੱਖ ਮਹਾਰਾਜ ਕਹਿੰਦੇ ਉਹਨੂੰ ਮਿਲਦੇ ਆ ਜਿਹੜਾ ਨਾਮ ਜਪਣ ਤੋਂ ਬਗੈਰ ਸ਼ਹੀਦ ਹੁੰਦਾ। ਹਾਂਜੀ, ਸੁਰਤਨ ਹੈਵ ਰਹੇ ਸਵਰਗ ਮਝਾਰ। ਫਿਰ ਦੇਵਤਿਆਂ ਦਾ ਸਰੀਰ ਮਿਲ ਜਾਂਦਾ ਉਹਨੂੰ, ਮਹਾਰਾਜ ਕਹਿੰਦੇ ਸਵਰਗ 'ਚ ਰਹਿੰਦਾ। ਹਾਂਜੀ, ਧਰਮ ਬੜੋ ਇਹ ਯੁੱਧ ਧਾਰੀ। ਮਹਾਰਾਜ ਕਹਿਣ ਲੱਗੇ ਸ਼ਸਤਰ ਧਾਰੀ ਹੋਣਾ, ਸੂਰਮੇ ਹੋਣਾ ਬੜੀ ਚੰਗੀ ਗੱਲ ਹੈ, ਬੜਾ ਵੱਡਾ ਧਰਮ ਹੈ ਇਹ। ਹਾਂਜੀ, ਨਹਿ ਸ਼ਤਰੁਨ ਦਿਖਾਏ ਪਿਛਾਰੀ। ਫਿਰ ਦੁਸ਼ਮਣ ਨੂੰ ਪਿੱਠ ਨਾ ਵਿਖਾਵੇ, ਲੜੀ ਜਾਵੇ, ਜੰਗ 'ਚ ਸ਼ਹੀਦ ਹੋ ਜੇ। ਸੰਗਤ ਜੀ, ਸਾਡਾ ਤੇ ਇਤਿਹਾਸ ਹੀ ਇਹੋ ਜਿਹਾ। ਜੇ ਮੈਂ ਸਾਲ ਦੇ ਹਰ ਇੱਕ ਦਿਨ ਦੀ ਗੱਲ ਕਰਾਂ ਨਾ, ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ, ਖਾਲਸਾ ਪੰਥ ਇਹੋ ਜਿਹਾ ਪੰਥ ਹੈ, ਜਿੱਥੇ ਰੋਜ਼ ਹੀ ਕਿਸੇ ਨਾ ਕਿਸੇ ਦਾ ਸ਼ਹੀਦੀ ਦਿਹਾੜਾ ਹੋਵੇਗਾ ਜੀ। ਅੱਜ ਇਹਦਾ ਸ਼ਹੀਦੀ ਦਿਹਾੜਾ, ਅੱਜ ਇਹਦਾ ਸ਼ਹੀਦੀ ਦਿਹਾੜਾ, ਅੱਜ ਇਹਦਾ ਸ਼ਹੀਦੀ ਦਿਹਾੜਾ, ਰੋਜ਼ ਹੀ ਕਈ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੋਏਗਾ। ਇੰਨੀਆਂ ਸ਼ਹੀਦੀਆਂ ਹੋਈਆਂ, ਬੜਾ ਵੱਡਾ ਧਰਮ ਹੈ। ਤੇ ਮੈਂ ਵੇਖਦਾ ਹੁਣ ਵਾਲੇ ਸਾਡੇ ਨਿਆਣਿਆਂ ਨੂੰ, ਖਾਸ ਕਰਕੇ ਪੰਜਾਬ ਦਿਆਂ ਨੂੰ, ਇੱਕ ਰਾਗੀ ਸਿੰਘ ਤਾਂ ਏਡੀ ਕੁ ਕਿਰਪਾਨ ਪਾਈ ਦੀ ਉਹਨੇ ਜੀ,
मैं क्या बल्ले शाबाश है तेरे, ਐਡੀ ਕੁ ਕੁਰਬਾਨ ਨਾਲ ਤੇਰਾ ਕੀ ਬਣ ਜਾਏਗਾ ਜੀ। ਹਾਂਜੀ, ਬੰਦਾ ਗੁਰੂ ਦਾ ਬਖਸ਼ਿਆ ਸ਼ਸਤਰ ਪਾਵੇ। ਮਹਾਰਾਜ ਕਹਿੰਦੇ ਬੜਾ ਵੱਡਾ ਧਰਮ ਹੈਗਾ ਇਹ, ਸ਼ਸਤਰਧਾਰੀ ਹੋਣਾ, ਸੂਰਮੇ ਹੋਣਾ ਜੀ। ਹੈਦਰਾਬਾਦ ਗਿਆ ਸਾਂ ਕਥਾ ਕਰਨ, ਛੋਟੇ ਛੋਟੇ ਬੱਚੇ ਵੱਡੇ ਵੱਡੇ ਸ਼ਸਤਰ ਫੜ ਕੇ ਬੈਠੇ ਹੈਗੇ। ਹਜੂਰ ਸਾਹਿਬ ਜਾਓ, ਸਿੰਘ ਤਿਆਰ ਬਰ ਤਿਆਰ ਜੀ, ਸ਼ਸਤਰਧਾਰੀ ਸਿੰਘ ਜੀ। ਹਾਂਜੀ, ਦੋਨੋਂ ਲੋਕ ਸੂਰ ਪੁਜ ਤਰੈ। ਸੱਚੇ ਪਾਤਸ਼ਾਹ ਕਹਿਣ ਲੱਗੇ ਵੱਡੋ ਧਰਮ ਇਹ ਆਯੁਧ ਧਾਰੀ, ਨਹਿ ਸ਼ਸਤਰਨ ਦਿਖਾਏ ਪਿਸ਼ਾਰੀ, ਦੋਨੋਂ ਲੋਕ ਸੂਰ ਭੁਜ ਤਰੈ। ਗੱਜ ਕੇ ਆਖੋ ਦੋਵੇਂ ਲੋਕਾਂ ਦੇ ਸੁੱਖ ਜਿਹੜੇ ਆ ਉਹ ਸੂਰਮੇ ਦੀਆਂ ਬਾਹਾਂ ਦੇ ਥੱਲੇ ਹੀ ਨੇ, ਕਹਿਣ ਲੱਗੇ। ਹਾਂਜੀ, ਜੀਤ ਹੈ ਪ੍ਰਿਥਵੀ ਰਾਜ ਸੋ ਕਰੈ। ਮਹਾਰਾਜ ਕਹਿੰਦੇ ਜਿਹੜੇ ਪ੍ਰਿਥਵੀ ਦਾ ਰਾਜ ਕਰਦੇ ਆ, ਕੋਈ ਪ੍ਰਧਾਨ ਮੰਤਰੀ ਬਣ ਗਿਆ, ਕੋਈ ਮੁੱਖ ਮੰਤਰੀ ਬਣ ਗਿਆ, ਕੋਈ MLA ਬਣ ਗਿਆ, ਕੋਈ ਕੌਂਸਲਰ ਬਣ ਗਿਆ, ਆਪਾਂ ਵੇਖਦੇ ਆ ਇਹਨਾਂ ਦੇ ਵੀ ਪੁਰਾਣੇ ਪੁੰਨ ਨੇ ਸੰਗਤ ਜੀ। ਇਹਨਾਂ ਨੇ ਕਿਸੇ ਸਮੇਂ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪਾਈਆਂ ਹੁੰਦੀਆਂ ਨੇ, ਤਾਂ ਪੁੰਨਾ ਕਰਕੇ ਸਮਾਂ ਮਿਲਦਾ ਹੈ। ਜੇ ਤੇ ਮੱਤ ਚੰਗੀ ਰਵੇ ਪੁੰਨ ਹੋਰ ਇਕੱਠੇ ਕਰ ਲੈਂਦੇ ਆ, ਤੇ ਜੇ ਮੌਕੇ ਦੀ ਸਰਕਾਰ ਵਾਂਗੂ ਮੱਤ ਪੁੱਠੀ ਹੋ ਜਾਵੇ ਤੇ ਇਕੱਠੇ ਹੋਏ ਪੁੰਨ ਵੀ ਨਾਸ ਹੋ ਜਾਂਦੇ ਆ ਜੀ। ਹਾਂਜੀ, ਮਰੈ ਸਵਰਗ ਕੇ ਸੁਖ ਕੋ ਪਾਵਹਿ। ਹਾਂ, ਉਂਝ ਮਰਨ ਵਾਲਾ ਨਾਮ ਨਾ ਜਪ ਕੇ ਸਿੱਧਾ ਹੀ ਜੰਗ 'ਚ ਮਰ ਜਾਣਾ, ਉਹ ਸਵਰਗ ਦੇ ਸੁੱਖ ਪ੍ਰਾਪਤ ਕਰਦਾ ਹੈ। ਹਾਂਜੀ, ਚਾਮੀ ਕਰਕੇ ਸਦਨ ਬਸਾਵਹਿ। ਸੋਨੇ ਦੇ ਮਹਿਲਾਂ ਵਿੱਚ ਵਸਦਾ ਹੈ। ਰੁਚਰ ਪ੍ਰਿਯੰਕਣ ਸੇਜ ਸੁਖਾਲੇ। ਹਾਂਜੀ, ਭੋਗੇ ਭੋਗ ਆਨੰਦ ਵਿਸਾਲੇ। ਬੜੀ ਸੋਹਣੀ ਸੇਜਾ ਮਿਲਦੀ ਹੈ, ਬੜੇ ਸੁੱਖ ਆਨੰਦ ਪਦਾਰਥ ਮਿਲਦੇ ਹੈ। ਹਾਂਜੀ, ਇਮ ਜਾਨਹੁ ਜੋਦਾ ਗਤ ਭਲੇ। ਇਮ ਜਾਨਹੁ ਜੋਧਾ ਗਤ ਭਲੇ। ਭਾਈ ਕਾਲੋ ਆਇਆ ਸੀ ਨਾ, ਮਹਾਰਾਜ ਨੂੰ ਪੁੱਛ ਰਿਹਾ ਸੀ। ਮਹਾਰਾਜ ਕਹਿੰਦੇ ਆ ਹੁੰਦਾ ਹੀ ਹਾਲ, ਜੇ ਤੇ ਜੰਗ ਦੇ ਮੈਦਾਨ 'ਚ ਮਰਨ ਸਮੇਂ ਰੱਬ ਚੇਤਾ ਆ ਜੇ, ਸਿੱਧਾ ਹੀ ਸੱਚਖੰਡ ਹੈ, ਸਿੱਧਾ ਹੀ ਸੱਚਖੰਡ ਹੈ। ਸਾਧ ਸੰਗਤ ਜੀ, ਗੁਰਦੁਆਰਾ ਸ਼ਹੀਦਗੰਜ ਸਾਹਿਬ, ਉੱਥੇ ਸਾਹਮਣੇ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ, 13 ਸਿੰਘ ਉੱਥੇ ਸ਼ਹੀਦ ਹੋਏ ਨੇ ਜੀ। ਰਾਮਸਰ ਦੇ ਸਾਹਮਣੇ 13 ਸਿੰਘ 78 ਦੇ ਵਿੱਚ ਉੱਥੇ ਸ਼ਹੀਦ ਹੋਏ ਜੀ। ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ। ਮੈਂ ਛੋਟੇ ਹੁੰਦੇ ਨੇ ਜਦੋਂ ਜਾਣਾ ਉੱਥੇ, ਉਹਨਾਂ ਸਿੰਘਾਂ ਦੇ ਸ਼ਹੀਦੀਆਂ ਦੀਆਂ ਤਸਵੀਰਾਂ ਵੇਖਣੀਆਂ, ਬਹੁਤ ਜ਼ਿਆਦਾ ਮਨ ਹੈਰਾਨ ਹੋਣਾ। ਹੁਣ ਵੀ ਕਿਤੇ ਜਾਓ, ਉਹਨਾਂ ਦੇ ਮੁਖ ਵੇਖੋ, ਜਦੋਂ ਉਹ ਸ਼ਹੀਦ ਹੋਏ ਉਹਨਾਂ ਦੇ ਰੂਪ ਵੇਖੋ ਕਿਹੋ ਜਿਹੇ ਬਣੇ ਹੋਏ ਸਨ, ਕਿੰਨੀਆਂ ਗੋਲੀਆਂ ਵੱਜੀਆਂ, ਤੇ ਧਰਮ ਵਾਸਤੇ ਉਹਨਾਂ ਨੇ ਕੀਤਾ ਸਾਰਾ ਕੁਝ। ਜਦੋਂ ਮੈਂ ਛੋਟੇ ਹੁੰਦੇ ਸ਼ਹੀਦਾਂ ਸਾਹਿਬ ਜਾਣਾ ਨਾ ਜੀ, ਰਾਮਸਰ ਜਾਣਾ, ਅੰਗੀਠਾ ਸਾਹਿਬ ਵੀ ਜਾਣਾ ਜੀ ਦਰਸ਼ਨ ਕਰ, 13 ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਨੇ। ਕਿਤੇ ਜਾ ਕੇ ਵੇਖਿਓ, ਉਹਨਾਂ ਦੇ ਰੂਪ ਰੰਗ ਵੇਖਿਓ। ਪਹਿਲਾਂ ਵੇਖਿਓ ਜਦੋਂ ਸ਼ਹੀਦ ਹੋਏ ਆ, ਉਸ ਸਮੇਂ ਖੂਨ ਲੱਗੇ ਉਹਨਾਂ ਦੇ ਚਿਹਰਿਆਂ ਤੇ, ਉਹ ਵੀ ਵੇਖਿਓ ਜੀ। ਗੁਰੂ ਜੀ ਦੀ ਹਾਜ਼ਰੀ 'ਚ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਜੀ, ਗੁਰੂ ਜੀ ਦੀ ਹਾਜ਼ਰੀ 'ਚ ਦੀ, ਜਿੱਥੇ ਕਿਸੇ ਬੰਦੇ ਦੀ ਲੱਗ ਨਹੀਂ ਸਕਦੀ। ਤੇ ਮਹਾਂਪੁਰਖਾਂ ਦਾ ਬਚਨ ਕਹਿੰਦੇ ਭਾਈ, ਉਹ 13 ਜਿਹੜੇ ਸਿੰਘ ਨੇ ਨਾ, ਖੁੱਲੇ ਦਰਵਾਜ਼ੇ ਸੱਚਖੰਡ ਨੂੰ ਗਏ ਆ, ਕਹਿਣ ਲੱਗੇ ਖੁੱਲੇ ਦਰਵਾਜ਼ੇ ਸੱਚਖੰਡ ਨੂੰ ਗਏ। ਕਹਿੰਦੇ ਅਸੀਂ ਪਿੱਛੇ ਰਹਿ ਗਏ, ਕਹਿਣ ਲੱਗੇ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲਿਆਂ ਦਾ ਬਚਨ। ਕਹਿੰਦੇ ਅਸੀਂ ਪਿੱਛੇ ਰਹਿ ਗਏ, ਉਹ ਸਿੰਘ ਖੁੱਲੇ ਹੀ ਦਰਵਾਜ਼ੇ ਸੱਚਖੰਡ ਨੂੰ ਗਏ। ਸੋ ਮਹਾਰਾਜ ਨੇ ਭਾਈ ਕਾਲੋ ਸੂਰਮੇ ਨੂੰ ਦੱਸਿਆ ਵੀ ਇਹ ਏਡਾ ਵੱਡਾ ਤੇਜ ਪ੍ਰਤਾਪ ਹੈ ਸ਼ਹੀਦ ਹੋਣ ਦਾ, ਦੋਵਾਂ ਲੋਕਾਂ ਦੇ ਸੁੱਖ ਮਿਲਦੇ ਆ। ਹਾਂਜੀ, ਦੋਹਰਾ ਸੇਠਾ ਉਗਵੰਦਾ ਦਉ ਅਪਰ ਸੁਭਾਗਾ ਤੀਨ। ਭਾਈ ਸੇਠਾ ਜੀ, ਭਾਈ ਉਗਵੰਦਾ ਜੀ ਤੇ ਭਾਈ ਸੁਭਾਗਾ ਜੀ। ਹਾਂਜੀ, ਚੋਹਣੀਏ ਪੁਰ ਮਹਿ ਬਸ ਹੈ ਜਾਤ ਅਰੋੜੇ ਚੀਨ। ਤੇ ਅਰੋੜੇ ਨੇ ਜੀ, ਅਰੋੜੇ ਆਪਣੇ ਇੱਥੇ ਪਤਾ ਨਹੀਂ ਕੋਈ ਆਉਂਦਾ ਕਿ ਨਹੀਂ। ਉਂਝ ਉਹ ਇੱਕ ਬੰਨੇ ਗੁਰੂ ਘਰ, ਉੱਥੇ ਮੈਂ ਕਥਾ ਕਰਨ ਗਿਆ, ਉੱਥੇ ਅਰੋੜੇ ਮਿਲੇ ਸੀਗੇ ਮੈਨੂੰ 3 ਜਣੇ। ਇਹ ਵੀ ਜਾਤ ਹੈ, ਅਰੋੜੇ ਖੱਤਰੀਆਂ ਦੇ ਵਿੱਚ ਆਉਂਦੇ ਆ। ਅਰੋੜੇ ਜਿਹੜੇ ਆ ਉਹ ਤਿੰਨੋਂ ਅਰੋੜੇ ਨੇ, ਚੂਹਣੀਏ ਪੁਰ ਇਹਨਾਂ ਦਾ ਪਿੰਡ ਹੈ।
ਹਾਂਜੀ। ਸਿੱਖਣ ਕੀ ਸੇਵਾ ਨਿਤ ਕਰੈ। ਅੱਛਾ, ਤਿੰਨਾਂ ਦਾ ਸੁਭਾਅ ਹੈ ਗੁਰਸਿੱਖਾਂ ਦੀ ਸੇਵਾ ਕਰਦੇ ਆ ਜੀ। ਪਖੰਡ ਨਹੀਂ ਕਰਦੇ, ਮਨੋਂ ਕਰਦੇ ਆ। ਹਾਂਜੀ। ਨਿਸਮਹਿ ਜਾਗ ਗੁਰੂ ਉਰ ਧਰੈ। ਤੇ ਰਾਤ ਨੂੰ ਜਾਗਦੇ ਆ, ਸਾਰੇ ਦਿਨ ਸੇਵਾ ਕਰਨੀ ਹੈ, ਰਾਤ ਜਾਗਦੇ ਆ ਤੇ ਰਾਤ ਜਾਗ ਕੇ ਵਾਹਿਗੁਰੂ 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 ਜਾਪ ਕਰਦੇ ਆ। ਹਾਂਜੀ। ਸ਼ੁੱਧਤ ਸਿੱਖ ਕੋ ਦੇਤ ਆਹਾਰਾ। ਜਦੋਂ ਇਹਨਾਂ ਵੇਖਣਾ ਕੋਈ ਸਿੱਖ ਭੁੱਖਾ ਹੈ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਜੀ। ਹਾਂਜੀ। ਹੇਰ ਨਗਨ ਕੋ ਬਸਤਰ ਉਦਾਰਾ। ਵੇਖਣਾ ਕਿਸੇ ਕੋਲ ਕੱਪੜੇ ਨਹੀਂ ਹੈਗੇ, ਉਹਨੂੰ ਕੱਪੜੇ ਦੇਣੇ ਜੀ। ਉਹਨੂੰ ਕੱਪੜੇ ਦੇਣੇ। ਤੇ ਮੈਂ ਸੱਚ ਦੱਸਣ ਲੱਗਾ, ਮੈਨੂੰ ਲੱਗਦਾ ਅੱਜ ਕੱਲ੍ਹ ਦੇ ਸਮੇਂ ਦੀਆਂ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਾ, ਇਹਨਾਂ ਕੋਲ ਕੱਪੜੇ ਮੁੱਕ ਗਏ, ਇਹਨਾਂ ਨੂੰ ਕੱਪੜੇ ਦੇਣੇ ਪੈਣੇ ਨੇ ਜੀ। ਇਹਨਾਂ ਨੂੰ ਦੇਣੇ ਪੈਣੇ ਆ। ਦਇਆ ਕਰੋ ਮਾਈਆਂ ਨੂੰ ਬੇਨਤੀ, ਪੁੰਨ ਲੱਗੇਗਾ ਤੁਹਾਨੂੰ। ਇਹਨਾਂ ਵਿਚਾਰੀਆਂ ਕੋਲ ਕੱਪੜੇ ਨਹੀਂ ਤੇ ਹੁੰਦੇ, ਉਹੋ ਜਿਹੇ ਪਾਉਂਦੀਆਂ ਨੇ। ਇਹਨਾਂ ਬਸਤਰ ਦੇਣੇ, ਕੱਪੜੇ ਦੇਣੇ, ਸੇਵਾ ਕਰਨੀ। ਹਾਂਜੀ। ਸ਼੍ਰੀ ਅਰਜਨ ਕੋ ਬੰਧਨ ਠਾਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਜੀ। ਹਾਂਜੀ। ਹਾਥ ਜੋੜ ਅਰਦਾਸ ਬਖਾਨੀ। ਫਿਰ ਇਹਨਾਂ ਤਿੰਨਾਂ ਗੁਰੂ ਦੇ ਪਿਆਰਿਆਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ। ਹਾਂਜੀ। ਭੋਜਨ ਇਹਾਂ ਦੇਤ ਘਰ ਮਾਹੀ। ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਸੱਚੇ ਪਾਤਸ਼ਾਹ ਅਸੀਂ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਆ। ਹਾਂਜੀ। ਪਿਤਰਨ ਕੋ ਪਹੁੰਚਤ ਕਹਿ ਨਾਹੀ। ਪਰ ਮਹਾਰਾਜ ਕਹਿੰਦੇ ਆ ਕਿ ਜੇ ਕੋਈ ਆਪਣੇ ਪਿੱਤਰਾਂ ਨੂੰ ਯਾਦ ਕਰੇ ਤੇ ਪ੍ਰਸ਼ਾਦਾ ਛਕਾਵੇ, ਪ੍ਰਸ਼ਾਦਾ ਪਿੱਤਰਾਂ ਕੋ ਜਾਂਦਾ। ਹਾਂਜੀ। ਸ਼੍ਰੀ ਮੁਖ ਤੇ ਤਿਨ ਸਾਧ ਬਕਾਨਾ। ਸੱਚੇ ਪਾਤਸ਼ਾਹ ਉਹ ਪਿੱਤਰਾਂ ਕੋਲ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ? ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਖਿਆ। ਹਾਂਜੀ। ਪਹੁੰਚਤ ਪਿਤਰਨ ਹਿਤ ਜੋ ਦਾਨਾ। ਮਹਾਰਾਜ ਕਹਿਣ ਲੱਗੇ ਪਿੱਤਰਾਂ ਤੱਕ ਜਿਹੜਾ ਅਨਾਜ ਪਹੁੰਚਦਾ ਹੈ ਉਹ ਬਾਣੀ ਸੁਣ ਲਓ, ਕਹਿਣ ਲੱਗੇ। ਹਾਂਜੀ। ਸ਼੍ਰੀ ਨਾਨਕ ਕੋ ਕਹਿਓ ਪ੍ਰਮਾਨ। ਪੜ੍ਹ ਦੋ ਸੋ ਸ਼ਲੋਕ ਸਮਝੋ ਤਿਮ ਜਾਨ। ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣ ਲਓ ਪਿੱਤਰਾਂ ਤੱਕ ਕੀ ਪਹੁੰਚਦਾ ਹੈ, ਪਿੱਤਰਾਂ ਤੱਕ ਕੀ ਪਹੁੰਚਦਾ ਹੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ। ਆ ਪੰਕਤੀ ਪੜ੍ਹੋ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਹਾਂ, ਆਖੋ ਵਾਹਿਗੁਰੂ। ਨਾਨਕ ਅੱਗੇ ਸੋ ਮਿਲੇ, ਅੱਗੇ ਜਾ ਕੇ ਉਹੋ ਹੀ ਮਿਲਦਾ। ਕਿਹੜਾ? ਜੇ ਖੱਟੇ ਘਾਲੇ ਦੇ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਅੱਗੇ ਜਾ ਕੇ ਉਹ ਮਿਲਦਾ ਇੱਥੇ ਕਮਾਈ ਕਰਕੇ ਜਿਹੜਾ ਦਾਨ ਦਿੱਤਾ ਹੋਵੇ ਜੀ। ਅੱਗੇ ਉਹ ਮਿਲਦਾ। ਨਿਆਣੇ ਦਈ ਜਾਣ। ਹਾਂਜੀ। ਉਹ ਬੜੇ ਫਿਰ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਸ਼ਰਾਧ ਕਰਾਉਂਦਾ ਹੈ ਤੇ ਮੈਨੂੰ ਪਤਾ ਲੱਗਾ ਵੀ ਗ੍ਰੰਥੀ ਸਿੰਘ ਨੂੰ ਕਹਿੰਦੇ ਵੀ ਸ਼ਰਾਬ ਦੀ ਬੋਤਲ ਵੀ ਲੈ ਕੇ ਜਾ। ਉਹ ਕਹਿੰਦਾ ਰੱਬ ਦਾ ਨਾਂ ਲਓ, ਕਿਹੋ ਜਿਹੀਆਂ ਗੱਲਾਂ ਕਰਨ ਦਾ। ਉਹ ਕਹਿੰਦਾ ਸਾਡਾ ਬਾਪੂ ਪੀਂਦਾ ਹੁੰਦਾ ਸੀਗਾ। ਗੱਜ ਕੇ ਆਖੋ। ਪੁੱਠੀਆਂ ਗੱਲਾਂ ਕਰਦੇ। ਕਹਿੰਦੇ ਬਾਪੂ ਪੀਂਦਾ ਸੀਗਾ, ਤੁਹਾਨੂੰ ਵੀ ਪੀਣੀ ਪੈਣੀ ਹੈ। ਕੱਖ ਨਹੀਂ ਬਣਨਾ ਇਹਨਾਂ ਨਾਲ, ਕੱਖ ਨਹੀਂ ਬਣਨਾ। ਅੱਗੇ ਜਾ ਕੇ ਉਹ ਮਿਲੇਗਾ ਜੋ ਹੁਣ ਤੁਸੀਂ ਆਪ ਦਾਨ ਕਰਦੇ ਹੋ। ਆਪ ਪ੍ਰਸ਼ਾਦਾ ਨਹੀਂ ਕਿਸੇ ਨੂੰ ਛਕਾਇਆ। ਬੱਚੇ ਭਾਵੇਂ ਲੰਗਰ ਲਾਈ ਰੱਖਣ, ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ। ਇਸ ਕਰਕੇ ਜੇ ਚਾਹੁੰਦੇ ਹੋ ਤੁਹਾਨੂੰ ਅੱਗੇ ਜਾ ਕੇ ਕੁਝ ਮਿਲੇ, ਆਪੇ ਦਾਨ ਕਰਿਆ ਕਰੋ। ਕਿਸੇ ਨੂੰ ਪ੍ਰਸ਼ਾਦਾ ਛਕਾਇਆ ਕਰੋ, ਕਿਸੇ ਨੂੰ ਬਸਤਰ ਦਿਆ ਕਰੋ। ਹਾਂਜੀ। ਚੌਪਈ ਸੁਨ ਸਿੱਖਣ ਪੁਨ ਕੀਨ ਸੰਦੇਹ। ਉਹ ਸਿੱਖ ਸੁਣ ਕੇ ਥੋੜਾ ਜਿਹਾ ਸਮਝਣਾ ਆਈ ਗੱਲ ਉਹਨਾਂ ਨੂੰ। ਹਾਂਜੀ। ਪ੍ਰਾਨੀ ਇਹਾਂ ਆਹਾਰ ਸੋ ਦੇਹ। ਹਾਂਜੀ। ਪਿੱਤਰ ਸੁਰਗ ਕੈ ਨਰਕ ਮਝਾਰੀ। ਸੱਚੇ ਪਾਤਸ਼ਾਹ ਬੰਦਾ ਇੱਥੇ ਦਾਨ ਦੇਗਾ, ਅੱਗੇ ਜਾਣਾ, ਅੱਗੇ ਕਿਵੇਂ ਮਿਲੇਗਾ ਉਹ? ਹਾਂਜੀ। ਕਿਦੋਂ ਜੂਨ ਕੈਸੇ ਕੋ ਧਾਰੀ। ਅੱਗੇ ਮਹਾਰਾਜ ਉਹ ਕਿਹੜੀ ਜੂਨ ਹੈ ਫਿਰ, ਜਾਂ ਕਿਸੇ ਜੂਨ ਵਿੱਚ ਜਾ ਕੇ ਮਿਲਦਾ ਹੈ। ਹਾਂਜੀ। ਤਹ ਪਹੁੰਚੇ ਹੈ ਕਿਮ ਸੰਸੈ ਇਹੀ। ਮਹਾਰਾਜ ਅਸੀਂ ਤਾਂ ਅੱਗੇ ਇਹੋ ਸੋਚ ਰਹੇ ਹਾਂ ਵੀ ਕਿਵੇਂ ਪਹੁੰਚੇਗਾ ਉਹਦੇ ਤੱਕ। ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਆਉਂਦੀ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਲਾਹੌਰ ਗਏ ਜੀ। ਦੁਨੀ ਚੰਦ ਸਰਾਧ ਕਰਾ ਰਿਹਾ ਸੀ ਆਪਣੇ ਪਿਓ ਦਾ ਜੀ।
ਤੇ ਮਹਾਰਾਜ ਨੂੰ ਖੀਰ ਰੱਖੀ ਅੱਗੇ, ਕਿ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ। ਕਹਿੰਦਾ ਸਤਿਗੁਰੂ ਛਕ ਲਓ। ਮਹਾਰਾਜ ਕਹਿੰਦੇ ਕਾਹਦੇ ਵਾਸਤੇ ਹੈ? ਕਹਿੰਦਾ ਮੇਰੇ ਪਿਤਾ ਦਾ ਸਰਾਧ ਹੈ, ਬੜਾ ਵੱਡਾ ਲੰਗਰ ਲਾਇਆ। ਮਹਾਰਾਜ ਕਹਿੰਦੇ ਤੈਨੂੰ ਦੱਸ ਦਈਏ ਤੇਰਾ ਪਿਓ ਕਿੱਥੇ ਬੈਠਾ ਹੈ? ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਨਾ। ਮਹਾਰਾਜ ਕਹਿੰਦੇ ਤੈਨੂੰ ਦੱਸ ਦਈਏ? ਕਹਿਣ ਲੱਗਾ ਜੀ ਦੱਸੋ। ਮਹਾਰਾਜ ਕਹਿੰਦੇ 5 ਕੋ ਦੂਰ ਝਾੜੀਆਂ ਹੀ, ਉਹਨਾਂ ਝਾੜੀਆਂ ਦੇ ਵਿੱਚ ਬਘਿਆੜ ਬਣ ਕੇ ਬੈਠਾ ਹੀ। ਕਹਿਣ ਲੱਗੇ ਜਾ। ਮਹਾਰਾਜ ਕਹਿੰਦੇ ਜਦੋਂ ਤੂੰ ਉਹਦੇ ਕੋਲ ਜਾਏਗਾ ਨਾ, ਖੀਰ ਲੈ ਕੇ ਖਾਏਗਾ। ਕਹਿੰਦਾ ਮਹਾਰਾਜ ਬਘਿਆੜ ਕਿਵੇਂ ਖਾਏਗਾ? ਮਹਾਰਾਜ ਕਹਿੰਦੇ ਤੈਨੂੰ ਵੇਖ ਕੇ ਮਨੁੱਖਾ ਸਰੀਰ ਬਣੇਗਾ ਉਹਦਾ। 5 ਕੋ ਗਿਆ, ਝਾੜੀਆਂ ਦੇ ਵਿੱਚ ਵੇਖਿਆ ਬਘਿਆੜ ਬੈਠਾ ਸੀਗਾ। ਜਦੋਂ ਉਹਨੇ ਆਪਣੇ ਪੁੱਤਰ ਦੇ ਦਰਸ਼ਨ ਕੀਤੇ, ਮਨੁੱਖਾ ਤਨ ਬਣ ਗਿਆ। ਕਹਿੰਦਾ ਪਿਤਾ ਜੀ ਤੁਸੀਂ ਇੱਥੇ ਕਿਵੇਂ? ਕਹਿਣ ਲੱਗਾ ਪੁੱਤ ਸੁਣ, ਸਾਰੀ ਉਮਰ ਮਾਸ ਨਹੀਂ ਖਾਧਾ, ਮਰਨ ਲੱਗਾ ਗਵਾਂਢੀਆਂ ਦੇ ਘਰ ਮੱਛਲੀ ਬਣ ਰਹੀ ਸੀ, ਉਹਦੀ ਖੁਸ਼ਬੂ ਚੰਗੀ ਲੱਗੀ। ਆਪਾਂ ਤੇ ਦੁਰਗੰਧੀ ਕਵਾਂਗੇ, ਖਾਣ ਵਾਲੇ ਖੁਸ਼ਬੂ ਕਹਿੰਦੇ ਆ। ਕਹਿੰਦੇ ਉਹਦੀ ਖੁਸ਼ਬੂ ਚੰਗੀ ਲੱਗੀ, ਮੇਰਾ ਫੁਰਨਾ ਬਣ ਗਿਆ ਵੀ ਮੈਂ ਵੀ ਮਾਸ ਖਾ ਕੇ ਨਹੀਂ ਵੇਖਿਆ। ਉਧਰੋਂ ਫੁਰਨਾ ਚੱਲ ਰਿਹਾ ਸੀ, ਉਧਰੋਂ ਮੇਰੇ ਸਵਾਸ ਪੂਰੇ ਹੋ ਗਏ। ਰੱਬ ਨੇ ਜੂੰ ਨਹੀਂ ਉਹ ਦਿੱਤੇ ਵੀ ਹੁਣ ਖਾ ਮਾਸ ਫਿਰ। ਤੇ ਉਹ ਕਹਿੰਦਾ ਮੈਂ ਤੇ ਸਰਾਧ ਕਰਾ ਰਿਹਾ ਸਾਂ, ਖੀਰਾਂ ਖਵਾ ਰਿਹਾ ਹਾਂ ਲੋਕਾਂ ਨੂੰ। ਕਹਿੰਦਾ ਕੱਖ ਨਹੀਂ ਬਣਨਾ। ਕਹਿਣ ਲੱਗਾ ਪਿਤਾ ਜੀ ਤੁਸੀਂ ਫਿਰ ਸਰੀਰ ਕਿਵੇਂ ਬਦਲ ਲਿਆ ਇੱਕਦਮ? ਕਹਿੰਦਾ ਪੁੱਤਰ ਜਿਨ੍ਹਾਂ ਦੇ ਤੂੰ ਦਰਸ਼ਨ ਕੀਤੇ ਉਹ ਬੜੇ ਵੱਡੇ ਨੇ, ਤੂੰ ਖੁਦ ਨਿਰੰਕਾਰ ਦੇ ਦਰਸ਼ਨ ਕੀਤੇ ਆ, ਅੱਗੋਂ ਮੈਂ ਤੇਰੇ ਦਰਸ਼ਨ ਕੀਤੇ ਆ, ਮੇਰਾ ਭਲਾ ਹੋ ਗਿਆ। ਕਹਿਣ ਲੱਗੇ ਐਡੇ ਵੱਡੇ ਗੁਰੂ ਨਾਨਕ ਸਾਹਿਬ। ਹਾਂਜੀ ਪੁਨ ਸਤ ਗੁਰ ਉੱਤਰ ਦੇ ਸਹੀ। ਉਹ ਕਹਿੰਦੇ ਫਿਰ ਮਹਾਰਾਜ ਸਾਨੂੰ ਤੇ ਸ਼ੰਕਾ ਹੀ ਹੈ, ਇਹ ਸਾਰੀ ਕੀ ਖੇਡ ਹੈ? ਮਹਾਰਾਜ ਫਿਰ ਉੱਤਰ ਦਿੰਦੇ ਆ। ਹਾਂਜੀ ਜਬ ਪਿਤਰਨ ਕੋ ਦਿਨ ਚਲ ਆਵੇ, ਹਾਂਜੀ ਤਿੰਨ ਹਿਤ ਕਰ ਭੋਜਨ ਜੋ ਖਵਾਵੇ। ਮਹਾਰਾਜ ਅੱਗੋਂ ਸਾਰੀ ਗੱਲ ਦੱਸਦੇ ਆ, ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਮਹਾਰਾਜ ਕਹਿੰਦੇ ਜਦੋਂ ਸਰਾਧ ਆਉਂਦੇ ਆ, ਲੋਕ ਮੰਨਦੇ ਆ ਸਰਾਧ ਜਿਹੜਾ ਇਹ ਪਿਤਰਾਂ ਦਾ ਦਿਨ ਹੈ। ਹਾਂਜੀ ਪਿਤਰਾਂ ਦਾ ਦਿਨ ਹੈ। 7 ਦਿਨ ਸ਼ਾਇਦ ਚੱਲਦੇ ਆ ਇੱਥੇ, ਸਾਡੇ ਇੱਥੇ ਵੀ ਗੁਰਸਿੱਖ ਵੀ ਕਰੀ ਜਾਂਦੇ ਆ। 7ਵੇਂ ਦਿਨ ਇੱਥੇ ਕਿੰਨਾ ਲੰਗਰ ਇਕੱਠਾ ਹੋ ਜਾਂਦਾ ਹੈ ਜੀ। ਹਾਂਜੀ ਗੁਰਸਿੱਖ ਵੀ ਕਰੀ ਜਾਂਦੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੱਚੇ, ਸਤਿਗੁਰੂ ਬਾਣੀ 'ਚ ਕਹਿੰਦੇ ਆ ਜੀਵਤ ਪਿਤਰ ਨਾ ਮਾਨੈ ਕੋਊ। ਜਿਉਂਦਿਆਂ ਜੀ ਤੇ ਮਾਂ ਪਿਓ ਨੂੰ ਪਿੱਤਰ ਨਹੀਂ ਸਮਝਿਆ, ਜਿਉਂਦਿਆਂ ਜੀ ਤੇ ਸੇਵਾ ਹੀ ਨਹੀਂ ਕੀਤੀ। ਮੂਏ ਸਰਾਧ ਕਰਾਹੀ, ਮਰ ਗਿਆ ਮਾਂ ਪਿਓ ਚਲੇ ਗਏ, ਫਿਰ ਸਰਾਧ ਕਰਾਉਂਦਾ। ਕਹਿੰਦੇ ਨਹੀਂ ਹੁਣ ਪਿੱਤਰ ਵਿਚਾਰੇ ਕੀ ਕਰਨ, ਉਹਨਾਂ ਤੱਕ ਕੱਖ ਨਹੀਂ ਪਹੁੰਚਣਾ। ਤੁਸੀਂ ਚਾਹੁੰਦੇ ਹੋ ਬਾਣੀ ਪੜ੍ਹੋ, ਭਲਾ ਮੰਗੋ ਉਹਨਾਂ ਦਾ, ਆਪ ਤੁਹਾਨੂੰ ਅੱਗੇ ਜਾ ਕੇ ਉਹੋ ਹੀ ਮਿਲੇਗਾ ਜੋ ਤੁਸੀਂ ਆਪ ਦਾਨ ਪੁੰਨ ਕਰਦੇ ਹੋ। ਜੋ ਸੰਗਤ ਜੀ ਅਸੀਂ ਦਾਨ ਪੁੰਨ ਕਰਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ, ਉਹ ਸਾਡੀ ਪਰਾਲਬਧ ਬਣ ਜਾਂਦਾ ਹੈ। ਜਦੋਂ ਉਹ ਸਾਡੀ ਪਰਾਲਬਧ ਬਣਦਾ ਹੈ, ਫਿਰ ਉਹਦਾ ਫਲ ਭੋਗਣ ਦਾ ਸਮਾਂ ਹੁੰਦਾ ਹੈ ਜੀ। ਜੇ ਮਾੜੇ ਕੀਤੇ ਆ, ਫਲ ਮਾੜਾ ਹੋਏਗਾ, ਦੁੱਖ ਰੂਪ ਹੋਏਗਾ। ਫਿਰ ਬੰਦਾ ਹੱਥ ਪੈਰ ਮਾਰੇ, ਗੱਲ ਨਹੀਂ ਬਣਦੀ ਜੀ। ਨੇਕ ਕਰਮ ਕੀਤੇ ਆ, ਦਾਨ ਕੀਤਾ, ਪੁੰਨ ਕੀਤਾ, ਭਜਨ ਕੀਤਾ, ਪਰਮੇਸ਼ਰ ਨੂੰ ਸਮਰਪਿਤ ਰਿਹਾ, ਫਿਰ ਕੀ ਹੁੰਦਾ? ਫਿਰ ਉਹ ਪਰਾਲਬਧ ਚੰਗੀ ਬਣ ਜਾਂਦੀ ਹੈ। ਉਹਦੇ ਫਲ ਸਰੂਪ ਬੰਦੇ ਨੂੰ ਸੁੱਖ ਮਿਲਦੇ ਆ। ਉਹਨਾਂ ਸੁੱਖਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾਂਦਾ ਹੈ ਜੀ। ਸੋ ਮਹਾਰਾਜ ਕਹਿੰਦੇ ਆ ਨਾਨਕ ਖੱਟੇ, ਵਾਹਿਗੁਰੂ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਕਮਾਈ ਕੀਤੀ, ਜੋ ਖਟਿਆ ਘਾਲਣਾ ਘਾਲੀ, ਉਹਦੇ ਵਿੱਚੋਂ ਜੋ ਕਿਸੇ ਨੂੰ ਦਾਨ ਕਰ ਦਿੱਤਾ ਜੀ। ਇੱਕ ਗੁਰਮੁਖ ਪਿਆਰੇ ਆਪਣੇ ਘਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰਪੁਰਬ ਮਨਾਉਂਦੇ ਸੀ, ਤੇ ਡੇਅਰੀ ਦਾ ਕੰਮ ਸੀਗਾ ਜੀ ਉਹਨਾਂ ਦਾ। ਹੁਣ ਡੇਅਰੀ ਵਾਲਿਆਂ ਕੋਲ ਦੇਸੀ ਘਿਓ ਖੁੱਲ੍ਹਾ ਹੁੰਦਾ ਜੀ, ਤੇ ਸਾਉਣ ਦੇ ਮਹੀਨੇ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰਪੁਰਬ ਆਉਂਦਾ, ਤੇ ਖੀਰ ਪੂੜੇ ਬਣਾਏ ਜੀ ਉਹਨਾਂ ਨੇ। ਤੇ ਪੂੜੇ ਬਣਾ ਲਏ ਰਿਫਾਈਂਡ 'ਚ ਜੀ,
ਉਹ ਹੁਣ ਤੁਹਾਨੂੰ ਪਤਾ ਸਿਹਤ ਵਾਸਤੇ ਨਹੀਂ ਸਹੀ ਹੈਗਾ। ਮੈਂ ਲਾਗੇ ਬੈਠਾ ਸਾਂ, ਗੁਰਮੁਖਾਂ ਨੇ ਕਥਾ ਕਰਨੀ ਸੀਗੀ, ਮਹਾਂਪੁਰਖਾਂ ਨੇ, ਉਹਨਾਂ ਉਹ ਪ੍ਰਸ਼ਾਦ ਪਾਣੀ ਛਕਿਆ ਤਾਂ ਉਹਨਾਂ ਨੂੰ ਪੁੱਛਿਆ ਜੀ ਵੀ ਪੂੜੇ ਕਾਹਦੇ 'ਚ ਬਣਾਏ ਆ? ਕਹਿੰਦੇ ਜੀ ਰਿਫਾਈਂਡ 'ਚ ਬਣਾਏ ਆ। ਹੁਣ ਧਿਆਨ ਨਾਲ ਸੁਣਿਓ। ਕਹਿੰਦੇ ਅੱਛਾ, ਰਿਫਾਈਂਡ 'ਚ ਕਿਉਂ ਬਣਾਏ ਆ? ਤੁਹਾਡੇ ਕੋਲ ਮਾਇਆ ਖੁੱਲੀ, ਰੱਬ ਨੇ ਕਮੀ ਨਹੀਂ ਰੱਖੀ। ਕੋਈ ਗਰੀਬ ਬੰਦਾ ਹੋਵੇ ਮੰਨ ਲਈਏ, ਉੱਤੋਂ ਤੁਸੀਂ ਡੇਅਰੀ ਵਾਲੇ ਹੋ, ਦੇਸੀ ਘਿਓ ਤੁਹਾਡੇ ਘਰ ਦਾ, ਤੇ ਵੇਖੋ ਤੁਹਾਡੀ ਬਹਾਦਰੀ ਕਹਿਣ ਲੱਗੇ। ਉਹ ਜਿਹੜਾ ਵੀ ਆਵੇ ਨਾ ਜੀ ਗੁਰਮੁਖਾਂ ਕੋ, ਉਹ ਉਹਨੂੰ ਕਹਿਣਾ ਜੀ ਇਹਨਾਂ ਨੇ ਪੂੜੇ ਰਿਫਾਈਂਡ 'ਚ ਬਣਾਏ, ਧਿਆਨ ਨਾ ਖਾਇਓ। ਜਿਹੜਾ ਆਵੇ ਉਹਨੂੰ ਕਹਿਣਾ ਇਹਨਾਂ ਨੇ ਪੂੜੇ ਰਿਫਾਈਂਡ 'ਚ ਬਣਾਏ, ਧਿਆਨ ਨਾ ਖਾਇਓ। 7-8 ਜਣਿਆਂ ਨੂੰ ਕਿਹਾ। ਮੈਂ ਕਿਹਾ ਵੀ ਐਡੀ ਵੀ ਕਿਹੜੀ ਗੱਲ ਸੀਗੀ? ਬਾਬਾ ਜੀ ਬਾਰ-ਬਾਰ ਆਖ ਰਹੇ ਮਹਾਂਪੁਰਖ ਰੱਬ ਦੇ ਪਿਆਰੇ, ਤੇ ਮੇਰਾ ਫੁਰਨਾ ਬੁੱਝ ਲਿਆ ਜੀ ਉਹਨਾਂ। ਤੇ ਸਾਰਿਆਂ ਨੂੰ ਬਿਠਾ ਕੇ ਕਹਿਣ ਲੱਗੇ, ਕਹਿੰਦੇ ਮੈਂ ਤਾਂ ਬਾਰ-ਬਾਰ ਕਹਿਣਾ ਹੈ, ਜੇ ਤੇ ਗਾਂ ਦੇਸੀ ਘਿਓ ਲੈਣਾ ਹੈ ਤੇ ਦੇਸੀ ਘਿਓ ਹੀ ਛਕਾਓ। ਫਿਰ ਕਹਿਣ ਲੱਗੇ, ਜੇ ਹੁਣ ਸੰਗਤ ਨੂੰ ਰਿਫਾਈਂਡ ਖਵਾਓਗੇ ਤੇ ਰਿਫਾਈਂਡ ਹੀ ਮਿਲਣਾ ਹੈਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਿਫਾਈਂਡ ਹੀ ਮਿਲਣਾ ਹੈਗਾ। ਫਿਰ ਨਾ ਲਾਮਾ ਦਿਓ। ਜਿਹੋ ਜਿਹਾ ਖਾਣਾ ਚਾਹੁੰਦੇ ਹੋ ਆਪ, ਉਹੋ ਜਿਹਾ ਸੰਗਤ ਨੂੰ ਛਕਾਈ ਚੱਲੋ, ਅੱਗੇ ਉਹੋ ਜਿਹਾ ਹੀ ਮਿਲੀ ਜਾਏਗਾ ਜੀ। ਇਸ ਕਰਕੇ ਜਦੋਂ ਲੰਗਰ ਹੋਵੇ, ਤੁਹਾਨੂੰ ਜ਼ਿੰਦਗੀ 'ਚ ਕਿਤੇ ਮੌਕਾ ਮਿਲ ਜੇ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਛਕਾਉਣ ਦਾ, ਕਦੀ ਮਾੜਾ ਸਮਾਨ ਨਾ ਲਾਇਓ, ਕਦੀ ਮਾੜਾ ਸਮਾਨ ਨਾ ਵਰਤਿਓ, ਮਾੜਾ ਵੇਸਣ ਨਾ ਵਰਤਿਓ, ਮਾੜਾ ਤੇਲ ਨਾ ਵਰਤਿਓ, ਮਾੜਾ ਆਟਾ ਨਾ ਵਰਤਿਓ। ਵਧੀਆ ਤੋਂ ਵਧੀਆ ਛਕਾਇਓ। ਜੋ ਸੰਗਤ ਨੂੰ ਛਕਾਓਗੇ ਸਮਝੋ ਤੁਸੀਂ ਆਪਣੇ ਲਈ ਇਕੱਠਾ ਕਰ ਲਿਆ ਜੀ। ਜੋ ਸੰਗਤ ਨੂੰ ਛਕਾਓਗੇ, ਕਿਉਂਕਿ ਵੇਖੀਦਾ ਲੰਗਰ 'ਚ ਸਮਾਨ ਜ਼ਿਆਦਾ ਆਉਣਾ ਹੁੰਦਾ ਨਾ, ਫਿਰ ਮਾੜੀਆਂ ਚੀਜ਼ਾਂ ਵੀ ਚੱਲਣ ਦੇ, ਸਬਜ਼ੀਆਂ ਮਾੜੀਆਂ ਵੀ ਚੱਲਣ ਦੇ, ਤੇ ਉਹ ਫਿਰ ਬੰਦੇ ਨੂੰ ਪਤਾ ਨਹੀਂ ਹੁੰਦਾ। ਜਦੋਂ ਮੇਰੇ ਆਪ ਖਾਣੀਆਂ ਪੈਂਦੀਆਂ ਨੇ ਨਾ ਇਹ ਸਾਰੀਆਂ ਚੀਜ਼ਾਂ, ਫਿਰ ਬੰਦੇ ਨੂੰ ਸਮਝ ਆਉਂਦੀ ਹੈ ਮੈਂ ਇਹ ਮਾੜਾ ਕੰਮ ਕਿਉਂ ਕੀਤਾ। ਸਾਦਾ ਦਾਲ ਫੁਲਕਾ ਚੰਗੀ ਗੱਲ ਹੈ, ਪਰ ਜਦੋਂ ਕਿਸੇ ਗੁਰੂ ਸਾਹਿਬ ਦਾ ਗੁਰਪੁਰਬ ਹੋਵੇ ਉਦੋਂ ਨਾ ਕਿਹਾ ਕਰੋ ਵੀ ਸਾਦਾ ਹੀ ਦਾਲ ਫੁਲਕਾ ਚੱਲਣਾ। ਸੰਗਤ ਨੂੰ ਵਧੀਆ ਵਧੀਆ ਪਦਾਰਥ ਛਕਾਇਆ ਕਰੋ। ਜੋ ਛਕਾਓਗੇ ਉਹ ਛਕੋਗੇ। ਇਸ ਕਰਕੇ ਚੰਗਾ ਛਕਾਓ, ਚੰਗਾ ਹੀ ਛਕੋ ਜੀ। ਚੇਤਾ ਰੱਖਿਓ, ਸੰਗਤ ਨੂੰ ਛਕਾਉਣਾ ਹੈ ਜੋ 10 ਗੁਣਾ ਵੱਧ ਹੋ ਕੇ ਤੁਹਾਨੂੰ ਹੀ ਮਿਲਣਾ ਹੈ। 10 ਗੁਣਾ ਵੱਧ ਹੋ ਕੇ ਤੁਹਾਨੂੰ ਮਿਲਣਾ। ਪਰ ਇਹੋ ਜਿਹੀ ਭਾਵਨਾ ਨਾ ਰੱਖਿਓ। ਭਾਵਨਾ ਇਹ ਰੱਖਿਓ ਅਸੀਂ ਗੁਰੂ ਜੀ ਦੀ ਖੁਸ਼ੀ ਲੈਣੀ ਹੈ, ਸਤਿਗੁਰੂ ਦੀ ਖੁਸ਼ੀ ਲੈਣੀ। ਜਦੋਂ ਤੁਸੀਂ ਇਹ ਭਾਵਨਾ ਰੱਖੋਗੇ, ਹੋ ਸਕਦਾ ਮਹਾਰਾਜ ਤੁਹਾਨੂੰ 1000 ਗੁਣਾ ਵੱਧ ਉਹੋ ਜਿਹਾ ਦੇ ਦੇਣਗੇ। 10 ਤੇ ਕਿਤੇ ਹੀ ਰਹਿ ਗਿਆ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਗੁਰੂ ਤੇਗ ਬਹਾਦਰ ਜੀ ਦੀ ਕਥਾ ਚੱਲ ਰਹੀ ਸੀਗੀ, ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਗਰ ਕੀਤਾ ਸੀ ਇੱਕ ਪਿੰਡ ਵਿੱਚ ਜੀ, ਸ਼ਾਇਦ ਹੰਡਿਆਏ ਪਿੰਡ 'ਚ ਲੰਗਰ ਕੀਤਾ ਸੀ, ਹਰਿਆਣੇ ਵੱਲ ਜੀ। ਤੇ ਮਹਾਰਾਜ ਨੇ ਲੰਗਰ ਕੀਤਾ ਤੇ ਬੜੀਆਂ ਵਧੀਆ ਵਧੀਆ ਵਸਤੂਆਂ ਮੰਗਵਾਈਆਂ ਜੀ। ਜਿਹੜਾ ਬਾਣੀਆਂ ਲਿਆਉਣ ਵਾਲਾ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਕਿਹਾ ਸੰਗਤ ਦਾ ਲੰਗਰ ਬਣਨਾ ਹੈ, ਉਹ ਵਸਤੂਆਂ ਲੈ ਕੇ ਆਈ ਜਿਹੜੀਆਂ ਸਭ ਤੋਂ ਸ਼੍ਰੋਮਣੀ ਹੋਣ। ਤੇਰੇ ਕੋਲ ਉਸ ਚੀਜ਼ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਜਿਵੇਂ ਆਮ ਕਣੀਆਂ ਸਸਤੀਆਂ ਨੇ ਚੌਲਾਂ ਦੀਆਂ ਜੀ। ਕਿਉਂ ਸਸਤੀਆਂ ਨੇ? ਕਿਉਂਕਿ ਜਿਹੜੇ ਵੱਡੇ ਮਹਿੰਗੇ ਚੌਲ ਹੁੰਦੇ ਆ, ਜਿਹੜੀ ਉਹਨਾਂ ਦੀ ਟੁੱਟ ਭੱਜ ਹੈ, ਉਹ ਕਣੀਆਂ ਉਹ ਸਸਤੀਆਂ ਨੇ, ਜਿਹੜੇ ਵੱਡੇ ਆ ਉਹ ਮਹਿੰਗੇ ਆ। ਮਹਾਰਾਜ ਕਹਿਣ ਲੱਗੇ ਜੋ ਤੇਰੇ ਕੋਲ ਸ਼੍ਰੋਮਣੀ ਸਭ ਤੋਂ ਵਧੀਆ ਨਾ, ਉਹ ਲੈ ਕੇ ਆਈ। ਉਹ ਕਥਾ ਭਾਈ ਇੰਦਰਜੀਤ ਸਿੰਘ ਜੀ ਨਾਰੰਗ ਹੋਣਾ ਨੇ ਸੁਣ ਲਈ ਜੀ, ਆਪਣੇ ਪਹਿਲਾਂ ਇੱਥੋਂ ਦੇ ਖਜ਼ਾਨਚੀ ਸਾਹਿਬ। ਜਦੋਂ ਉਹਨਾਂ ਨੇ ਉਹ ਕਥਾ ਸੁਣ ਲਈ, ਲੰਗਰ ਦਾ ਸਮਾਨ ਉਹ ਲੈ ਕੇ ਆਉਂਦੇ ਹੁੰਦੇ ਸੀਗੇ ਜੀ। ਤੇ ਫਿਰ ਨਾ ਜੀ ਉਹਨਾਂ ਉੱਤੇ ਇੰਨਾ ਅਸਰ ਪਿਆ, ਉਹ ਕਹਿਣ ਲੱਗੇ ਵੇਖੋ, ਕਹਿੰਦੇ ਜੋ ਮਰਜ਼ੀ ਹੋ ਜੇ, ਘਰ 'ਚ ਮਾੜਾ ਸਮਾਨ ਚਲੇ ਜੇ, ਲੰਗਰ 'ਚ ਨਹੀਂ ਮਾੜਾ ਸਮਾਨ ਜਾਣਾ ਚਾਹੀਦਾ।
ਲੰਗਰ 'ਚ ਨਹੀਂ ਮਾੜਾ ਸਮਾਨ ਜਾਣਾ ਚਾਹੀਦਾ। ਤੇ ਮੈਂ ਵੇਖਿਆ ਨਾ ਕਈ ਵਾਰੀ ਜਿਹੜੀ ਚੀਜ਼ ਬੰਦੇ ਨੇ ਆਪ ਨਹੀਂ ਖਾਣੀ ਹੁੰਦੀ ਉਹ ਕਹਿੰਦਾ ਚਲੋ ਹੁਣ ਗੁਰਦੁਆਰੇ ਚੜਾ ਦਿਓ। ਐਡਾ ਵਾਧੂ ਕੰਮ ਨਹੀਂ ਕਰਨਾ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਜੋ ਕਮਾਈ ਕਰਦੇ ਹੋ ਉਹ ਫਿਰ ਉਹਦੇ ਚੋਂ ਜੋ ਵਧੀਆ ਦਿਓਗੇ ਅੱਗੇ ਤੁਹਾਨੂੰ ਵਧੀਆ ਮਿਲੇਗਾ। ਇਹ ਸਾਰਾ ਕੁਝ ਹੁੰਦਾ ਹੈ ਚਾਅ ਦੇ ਨਾਲ। ਜਦੋਂ ਗੁਰੂ ਸਾਹਿਬ ਦੇ ਪ੍ਰਤੀ ਚਾਅ ਹੋਏਗਾ ਨਾ ਮਨ 'ਚ, ਗੁਰੂ ਦੀਆਂ ਸੰਗਤਾਂ ਦੇ ਪ੍ਰਤੀ ਚਾਅ ਹੋਏਗਾ, ਫਿਰ ਬੰਦਾ ਇਹ ਕੰਮ ਕਰਦਾ ਹੈ ਜੀ। ਦੁਕਾਨਦਾਰ ਨੇ ਬੜਾ ਸਮਾਨ ਰੱਖਿਆ ਹੁੰਦਾ ਬੜਾ ਰੱਖਿਆ ਹੁੰਦਾ, ਉਹਦੇ ਕੋਲ ਸਾਰੀਆਂ ਹੀ ਵੈਰਾਈਟੀਆਂ ਹੁੰਦੀਆਂ ਨੇ, ਮਾੜੇ ਵੇਸਣ ਵੀ ਹੁੰਦੇ ਆ, ਚੰਗੇ ਵੀ ਹੁੰਦੇ ਆ। ਇਸ ਕਰਕੇ ਧਿਆਨ ਰੱਖਿਆ ਕਰੋ, ਸਾਵਧਾਨ ਹੋਇਆ ਕਰੋ। ਮੈਂ ਵੇਖਿਆ ਕਈ ਥਾਵਾਂ ਤੇ ਲੰਗਰ ਛਕ ਕੇ ਸੰਗਤਾਂ ਦੇ ਪੇਟ ਖਰਾਬ ਹੋ ਜਾਂਦੇ ਆ। ਕਿਉਂ? ਉਹ ਗੜਬੜ ਕਰ ਜਾਂਦੇ ਆ, ਪ੍ਰਬੰਧਕ ਗੜਬੜ ਕਰ ਜਾਂਦੇ ਆ। ਬੜੀ ਸਾਵਧਾਨੀ ਰੱਖਿਆ ਕਰੋ। ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਹੈ। ਜੋ ਛਕਾਓਗੇ ਉਹੋ ਹੀ ਅੱਗੇ ਜਾ ਕੇ ਛਕੋਗੇ। ਅਸਰ ਹੈ ਇਹਨਾਂ ਗੱਲਾਂ ਦਾ। ਸੋ ਮਹਾਰਾਜ ਉਹਨਾਂ ਸਿੱਖਾਂ ਨੂੰ ਕਹਿ ਰਹੇ ਆ, ਅੱਗੋਂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਕਹੋ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਹ ਬੜੇ ਵੱਡੇ ਤੁਹਾਡੇ ਚੰਗੇ ਭਾਗ ਨੇ, ਸਾਡੇ ਚੰਗੇ ਭਾਗ ਨੇ। ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਦੇ ਹਾਂ, ਗੁਰੂ ਜੀ ਦੀਆਂ ਸਿੱਖਿਆਵਾਂ ਸੁਣਦੇ ਹਾਂ, ਗੁਰੂ ਜੀ ਦੇ ਬਚਨ ਸੁਣਦੇ ਹਾਂ, ਨਾਮ ਜਪਦੇ ਹਾਂ। ਇਹ ਗੁਰੂ ਜੀ ਦੀ ਮਿਹਰ ਹੈ, ਚੰਗੇ ਭਾਗ ਨੇ ਆਪ ਸਾਰਿਆਂ ਦੇ। ਮਹਾਰਾਜ ਸਦਾ ਹੀ ਇਸ ਤਰ੍ਹਾਂ ਰਹਿਮਤਾਂ, ਕਿਰਪਾ, ਬਖਸ਼ਿਸ਼ਾਂ ਬਣਾਈ ਰੱਖਣ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ